ਵਾਹਿਗੁਰੂ ਜੀ। ਸਾਰੰਗ ਮਹਿਲਾ ਪੰਜਵਾਂ। ਮਨ ਰੇ ਨਾਮ ਕੋ ਸੁਖ ਸਾਰ, ਆਨ ਕਾਮ ਬੇਕਾਰ ਮਾਇਆ, ਸਗਲ ਦੀਸਹਿ ਛਾਰ। ਮਨ ਰੇ ਨਾਮ ਕੋ ਸੁਖ ਸਾਰ, ਆਨ ਕਾਮ ਬੇਕਾਰ ਮਾਇਆ, ਸਗਲ ਦੀਸਹਿ ਛਾਰ। ਰਹਾਉ। ਗ੍ਰਹਿ ਅੰਧਕੂਪ ਪਤਿਤ ਪ੍ਰਾਣੀ, ਨਰਕ ਘੋਰ ਗੁਬਾਰ। ਅਨਿਕ ਜੋਨੀ ਭ੍ਰਮਤ ਹਾਰਿਓ, ਭ੍ਰਮਤ ਬਾਰੰਬਾਰ। ਪਤਿਤ ਪਾਵਨ ਭਗਤ ਵਸ਼ਲ, ਦੀਨ ਕਿਰਪਾ ਧਾਰ। ਕਰ ਜੋੜ ਨਾਨਕ ਦਾਨ ਮੰਗੈ, ਸਾਧ ਸੰਗ ਉਧਾਰ। ਪਤਿਤ ਪਾਵਨ ਭਗਤ ਵਸ਼ਲ, ਦੀਨ ਕਿਰਪਾ ਧਾਰ। ਕਰ ਜੋੜ ਨਾਨਕ ਦਾਨ ਮੰਗੈ, ਸਾਧ ਸੰਗ ਉਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ, ਚਵਰ ਛਤਰ ਤਖਤ ਦੇ ਮਾਲਕ, ਬਾਣੀ ਦੇ ਬੋਹਿਥ ਅਤੇ ਬ੍ਰਹਮ ਗਿਆਨ ਦੇ ਸਾਗਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਗੁਰੂ ਕੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਬੜੇ ਪਿਆਰ ਨਾਲ ਸ਼ਰਵਣ ਕੀਤਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਸ਼ਰਵਣ ਕਰਦੇ ਹੋ, ਉਸ ਨਾਲ ਸੰਬੰਧਿਤ ਸਤਿਗੁਰੂ ਜੀ ਦੇ ਇਹ ਪਾਵਨ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸ਼ਰਵਣ ਕਰ ਰਹੇ ਸੀ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਇਹ ਪਾਵਨ ਬਚਨ ਜਿਨ੍ਹਾਂ ਰਾਹੀਂ ਸਤਿਗੁਰੂ ਜੀ ਗੱਲ ਤਾਂ ਆਪਣੇ ਮਨ ਨਾਲ ਕਰਦੇ ਨੇ, ਸਮਝਾਉਂਦੇ ਸਾਨੂੰ ਸਾਰਿਆਂ ਨੂੰ ਨੇ ਕਿ ਜ਼ਿੰਦਗੀ ਦਾ ਸਭ ਤੋਂ ਸ੍ਰੇਸ਼ਟ ਸੁੱਖ ਜਿਹੜਾ ਹੈ ਨਾ, ਉਹ ਹੈ ਪਰਮਾਤਮਾ ਦਾ ਨਾਮ। ਸੁੱਖ ਮੰਨਣਾ ਮਨੁੱਖ ਦਾ ਅਧਿਕਾਰ ਹੈ ਤੇ ਮਨੁੱਖ ਆਇਆ ਹੀ ਸੁੱਖ ਮੰਨਣ ਲਈ ਹੈ। ਵਾਹਿਗੁਰੂ ਜੀ ਨੇ ਇਸ ਨੂੰ ਸੁੱਖ ਹੀ ਦਿੱਤੇ ਨੇ, ਪਰ ਮਨੁੱਖ ਜ਼ਿੰਦਗੀ ਅੰਦਰ ਜਦੋਂ ਵਿਵੇਕ ਮਤ ਤੋਂ ਹੀਣਾ ਹੋ ਜਾਂਦਾ ਹੈ, ਉਹ ਫਿਰ ਆਪੋ ਆਪਣੇ ਤਰੀਕੇ ਨਾਲ ਸੁੱਖ ਪ੍ਰਾਪਤ ਕਰਨ ਦੇ ਰਸਤੇ ਲੱਭਦਾ ਹੈ। ਮਨੁੱਖ ਦੇ ਉੱਪਰ ਮਾਇਆ ਦਾ ਪ੍ਰਭਾਵ ਪੈਂਦਾ ਹੈ। ਉਹ ਸੋਚਦਾ ਕਿ ਮਾਇਆ ਬਹੁਤ ਹੋਏਗੀ, ਧਨ ਬਹੁਤ ਹੋਏਗਾ, ਸੁਖੀ ਹੋ ਜਾਵਾਂਗੇ। ਉਹ ਸੁੱਖਾਂ ਲਈ ਯਤਨ ਕਰਦਾ ਹੈ, ਵੱਧ ਤੋਂ ਵੱਧ ਮਾਇਆ ਇਕੱਤਰ ਹੋ ਜਾਏ, ਮਿਹਨਤ ਵੀ ਕਰਦਾ ਹੈ। ਮਿਹਨਤ ਨਾਲ ਕਰਦਿਆਂ ਜਦੋਂ ਉਹਦੀ ਨੀਅਤ ਨਹੀਂ ਰੱਜਦੀ, ਫਿਰ ਉਹ ਬੇਈਮਾਨੀ ਕਰਦਾ ਹੈ, ਹੇਰਾ ਫੇਰੀ ਕਰਦਾ ਹੈ, ਧੱਕਾ ਵੀ ਕਰਦਾ ਹੈ। ਮਕਸਦ ਇਹ ਹੈ ਕਿ ਮਾਇਆ ਬਹੁਤ ਹੋਵੇ, ਉਹ ਜਿੱਦਾਂ ਮਰਜ਼ੀ ਹੋਵੇ, ਸੁੱਖ ਮਿਲਣਾ ਚਾਹੀਦਾ ਹੈ। ਮਾਇਆ ਮਨੁੱਖ ਦੀ ਗੁਜਰਾਨ ਹੈ ਤੇ ਮਿਹਨਤ ਕਰੇਗਾ ਤੇ ਮਾਇਆ ਆਉਣੀ ਹੈ। ਪਰ ਜੇ ਕੋਈ ਸੋਚੇ ਕਿ ਮਾਇਆ 'ਚੋਂ ਸੁੱਖ ਮਿਲੇਗਾ, ਇਹ ਮਨੁੱਖ ਦੀ ਭੁੱਲ ਹੈ। ਦੁਨਿਆਵੀ ਰੁਤਬਿਆਂ ਲਈ ਯਤਨ ਕਰਦਾ ਹੈ, ਹੋਰ ਅਨੇਕ ਤਰ੍ਹਾਂ ਦੇ ਪਦਾਰਥ ਇਕੱਤਰ ਕਰਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ
ਸਾਨੂੰ ਪ੍ਰੇਰਨਾ ਕਰਦੇ ਇੱਕ ਤਾਂ ਦੇ ਬੜੇ ਪਿਆਰੇ ਬਚਨ ਕੇ, ਸੁਖ ਨਾਹੀ ਰੇ ਹਰ ਭਗਤ ਬਿਨਾ, ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗ ਜਪ ਇੱਕ ਖਿਨਾ। ਉਹ ਭਾਈ ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾ ਆਤਮਿਕ ਸੁੱਖ ਨਹੀਂ ਮਿਲਦਾ। ਸਰੀਰ ਦੀਆਂ ਕੁਝ ਲੋੜਾਂ ਨੇ ਉਹ ਪਦਾਰਥਾਂ ਰਾਹੀਂ ਪੂਰੀਆਂ ਹੋਣੀਆਂ ਨੇ, ਪਰ ਸੁੱਖ ਦਾ ਸੰਬੰਧ ਸਰੀਰ ਨਾਲ ਨਹੀਂ ਹੈ। ਜਦੋਂ ਵੀ ਸੁੱਖ ਦੀ ਗੱਲ ਹੈ, ਇੱਥੇ ਸੁੱਖ ਹੈ ਆਤਮਿਕ ਸੁੱਖ ਦੀ, ਅੰਦਰ ਦਾ ਸੁੱਖ, ਆਨੰਦ, ਜਿਸ ਸੁੱਖ ਨੂੰ ਪ੍ਰਾਪਤ ਕਰਕੇ ਅਸੀਂ ਕਦੀ ਦੁਖੀ ਹੀ ਨਾ ਹੋਈਏ, ਜਿਹਨੂੰ ਆਪਾਂ ਕਹਿੰਦੇ ਆ ਸਰਬ ਸੁੱਖ ਕਹਿ ਲਓ। ਸਤਿਗੁਰੂ ਜੀ ਕਹਿੰਦੇ ਸੁੱਖ ਨਾਹੀ ਰੇ ਹਰ ਭਗਤ ਬਨਾ। ਭਾਈ ਆਤਮਿਕ ਆਨੰਦ ਜਿਹੜਾ ਹੈ ਨਾ, ਸਦਾ ਕਾਇਮ ਰਹਿਣ ਵਾਲਾ ਆਨੰਦ, ਉਹ ਵਾਹਿਗੁਰੂ ਜੀ ਦੀ ਭਗਤੀ ਤੋਂ ਬਿਨਾਂ ਨਹੀਂ ਮਿਲਣਾ। ਜੀਤ ਜਨਮ ਇਹ ਰਤਨ ਅਮੋਲਕ। ਸਤਿਗੁਰੂ ਜੀ ਕਹਿੰਦੇ ਇਹ ਜ਼ਿੰਦਗੀ ਇੱਕ ਰਤਨ ਵਾਂਗੂ ਹੈ, ਤੇ ਰਤਨ ਵੀ ਅਮੋਲਕ ਹੈ। ਦੁਨਿਆਵੀ ਰਤਨ ਨੇ ਜਿਨ੍ਹਾਂ ਦੀ ਕੀਮਤ ਪੈ ਜਾਂਦੀ ਹੈ, ਅਮੋਲਕ ਜਿਹਦਾ ਮੁੱਲ ਹੀ ਕੋਈ ਨਹੀਂ। ਇਸ ਜ਼ਿੰਦਗੀ ਨੂੰ ਜਿੱਤਣ ਦਾ ਰਸਤਾ ਸਾਧ ਸੰਗ ਜਪ ਇੱਕ ਖਿਨਾ। ਸਾਧ ਸੰਗਤ ਰਾਹੀਂ ਇੱਕ ਇੱਕ ਖਿਨ ਪ੍ਰਮਾਤਮਾ ਨੂੰ ਚੇਤੇ ਕਰ, ਹਰ ਵੇਲੇ ਪ੍ਰਮਾਤਮਾ ਨੂੰ ਚੇਤੇ ਕਰ। ਜਿੱਥੋਂ ਤੱਕ ਸੰਸਾਰਕ ਪਦਾਰਥਾਂ ਦੀ ਗੱਲ ਹੈ, ਸੁਤ ਸੰਪਤ ਬਨਿਤਾ ਬੇਨੋਦ, ਛੋੜ ਗਏ ਬੋ ਲੋਗ ਭੋਗ। ਅਸੀਂ ਕਹਿੰਨਾ ਧੀਆਂ ਪੁੱਤਰ ਹੋਣਗੇ ਸੁੱਖ ਮਿਲੇਗਾ। ਬੜੇ ਨੇ ਉਹ ਜਿਨ੍ਹਾਂ ਨੂੰ ਧੀਆਂ ਪੁੱਤਰਾਂ ਨੇ ਹੀ ਘਰੋਂ ਕੱਢ ਦਿੱਤਾ। ਸਮਾਜ ਵਿੱਚ ਬਹੁਤ ਸਾਰੀਆਂ ਘਟਨਾਵਾਂ ਨੇ, ਆ ਬਿਰਧ ਆਸ਼ਰਮ 'ਚ ਹੀ ਜਾ ਕੇ ਦੇਖ ਲਈਏ ਆਪਾਂ, ਉਹ ਪੁੱਤਰਾਂ ਨੇ ਹੀ ਘਰੋਂ ਕੱਢਿਆ, ਕਿਸੇ ਨੇ ਥੋੜ੍ਹਾ ਕੱਢਿਆ। ਚਲੋ ਇਹ ਗੱਲ ਵੱਖਰੀ, ਜਿਹਦਾ ਬੱਚਾ ਕੋਈ ਨਹੀਂ ਹੈ ਉਹਦਾ ਇੱਥੇ ਹੋਣਾ ਮਜਬੂਰੀ ਹੈ, ਲੇਕਿਨ ਬੱਚਿਆਂ ਵਾਲੇ ਜਦੋਂ ਬਿਰਧ ਆਸ਼ਰਮਾਂ 'ਚ ਬੈਠੇ ਨੇ, ਕੀ ਆਪਾਂ ਕਹਾਂਗੇ ਕਿ ਸਾਨੂੰ ਧੀਆਂ ਪੁੱਤਰ ਸੁੱਖ ਦੇ ਦੇਣਗੇ? ਵਾਹਿਗੁਰੂ ਮਿਹਰ ਕਰੇ ਉਹ ਲਾਇਕ ਹੋਣ, ਚੰਗੀ ਗੱਲ ਹੈ, ਹਰ ਕਿਸੇ ਨੂੰ ਧੀਆਂ ਪੁੱਤਰ ਮਿਲਣ। ਪਰ ਜੇ ਇਹ ਆਸ ਰੱਖੀਏ ਕਿ ਸਾਨੂੰ ਸੁੱਖ ਬੱਚਿਆਂ ਨਾਲ ਹੀ ਮਿਲ ਜਾਏਗਾ, ਇਹ ਵੀ ਸਾਡੀ ਸਿਆਣਪ ਨਹੀਂ। ਸੁਤ ਸੰਪਤ ਬਨਿਤਾ ਬਿਨੋਦ। ਸੰਪਤ ਦਾ ਅਰਥ ਹੁੰਦਾ ਸੰਪਤੀ, ਦੌਲਤ। ਬਨਿਤਾ ਦਾ ਅਰਥ ਹੁੰਦਾ ਹੈ ਇਸਤਰੀ ਜਾਂ ਪੁਰਖ ਕਹਿ ਲਓ। ਜੇ ਕੋਈ ਕਹੇ ਕਿ ਸਾਨੂੰ ਬੱਚੇ ਸੁੱਖ ਦੇਣਗੇ ਜਾਂ ਦੌਲਤ ਸੁੱਖ ਦੇਗੀ, पति के पत्नी को सुख मिलेगा, पति के इस पत्नी को सुख मिलेगा, पत्नी पति को सुख लभे। सतगुरु जी कहने छो विनोद ਦਾ ਅਰਥ ਹੁੰਦਾ ਕਿ ਆ ਜਿਹੜੇ ਅਨੇਕ ਤਰ੍ਹਾਂ ਦੇ ਅਸੀਂ ਚਾਅ ਮਨਹਾਰਜੇ ਕਰਦੇ ਹਾਂ ਜ਼ਿੰਦਗੀ ਦੇ ਅੰਦਰ, ਖੁਸ਼ੀਆਂ ਦੇ ਵਿੱਚ ਅਸੀਂ ਪਰਿਵਾਰਕ ਜੀਵਨ 'ਚ ਰਹਿੰਦੇ ਹਾਂ। ਛੋੜ ਗਏ ਬੋ ਲੋਗ ਭੋਗ। ਬੇਅੰਤ ਲੋਗੀ ਆਏ ਧਰਤੀ ਤੇ, ਵੱਡੇ ਵੱਡੇ ਪਰਿਵਾਰਾਂ ਵਾਲੇ ਵੀ ਆਏ, ਵੱਡੇ ਵੱਡੇ ਧਨ ਦੌਲਤ ਵਾਲੇ ਵੀ ਆਏ, ਉਹਦੇ ਸਭ ਕੋਈ ਛੱਡ ਕੇ ਚਲੇ ਗਏ, ਕੋਈ ਨਾਲ ਨਾ ਗਿਆ। ਹੈਵਰ ਗੈਵਰ ਰਾਜ ਰੰਗ, ਤਿਆਗ ਚਲਿਓ ਹੈ ਮੂੜ ਨੰਗ। ਹੈਵਰ ਦਾ ਅਰਥ ਹੈ ਕਿ ਬੜੀ ਵਧੀਆ ਕਿਸਮ ਦੇ ਘੋੜੇ, ਗੈਵਰ ਵਧੀਆ ਕਿਸਮ ਦੇ ਹਾਥੀ, ਹੈਵਰ ਗੈਵਰ ਅਨੇਕ ਤਰ੍ਹਾਂ ਦੇ ਹੋਰ ਜਿਹੜੇ ਰਾਜ ਰੰਗ ਨੇ। ਸਤਿਗੁਰੂ ਜੀ ਕਹਿੰਦੇ ਤਿਆਗ ਚਲਿਓ ਹੈ ਮੂੜ ਨੰਗ। ਮੂੜ ਮੈਡਮ ਮੂਰਖ। ਮੂਰਖ ਵਿਅਕਤੀ ਸਭ ਕੁਝ ਛੱਡ ਕੇ ਨੰਗਾ ਹੀ ਇਸ ਧਰਤੀ ਤੋਂ ਜਾਂਦਾ ਹੈ। ਕੋਈ ਘੋੜਾ, ਕੋਈ ਹਾਥੀ, ਕੋਈ ਵਸਤਰ, ਕੋਈ ਵਸਤੂ, ਕੋਈ ਪਦਾਰਥ ਉਹਦੇ ਨਾਲ ਜਾਂਦਾ ਹੀ ਨਹੀਂ ਹੈ। ਚੋਆ ਚੰਦਨ ਦੇਹ ਫੂਲਿਆ, ਸੋ ਧਨ ਤਨ ਧਰ ਸੰਗ ਰੂਲਿਆ। ਮਨੁੱਖ ਸੋਚਦਾ ਬੜੇ ਬੜੇ ਸੁਗੰਧੀ ਵਾਲੇ ਪਦਾਰਥ ਹੋਣਗੇ, ਬੜਾ ਸੁੱਖ ਮਿਲੇਗਾ। ਸਾਫ ਸੁਥਰੇ ਰਹਿਣਾ ਬਹੁਤ ਹੀ ਵਧੀਆ ਗੱਲ ਹੈ, ਰਹਿਣਾ ਚਾਹੀਦਾ ਹੈ। ਜਿਸ ਵਾਤਾਵਰਣ 'ਚ ਜਿਸ ਅਸਥਾਨ 'ਤੇ ਰਹੀਏ ਉਹ ਬਹੁਤ ਸਾਫ ਸੁਥਰਾ ਹੋਣਾ ਚਾਹੀਦਾ ਹੈ। ਠੀਕ ਹੈ, ਉੱਥੋਂ ਸੁਗੰਧੀ ਹੋਣੀ ਚਾਹੀਦੀ ਹੈ, ਪਰ ਜੇ ਕਹੀਏ ਕਿ ਇਹ ਸੁਗੰਧੀ ਹੀ ਸੁੱਖ ਦੇ ਦੇਵੇਗੀ ਜਾਂ ਪਦਾਰਥ ਹੀ ਸੁੱਖ ਦੇ ਦੇਣਗੇ, ਦੇਖੋ ਨਾ ਬਹੁਤ ਸਾਰੇ ਉਹ ਲੋਕ ਨੇ ਘਰਾਂ ਦੇ ਵਿੱਚ ਵਾਹਿਗੁਰੂ ਜੀ ਦੀ ਬੜੀ ਮਿਹਰ ਹੁੰਦੀ ਹੈ, ਕਿਸੇ ਚੀਜ਼ ਦੀ ਕਮੀ ਨਹੀਂ, ਅਤਰ ਫਲੇਰ ਹੋਰ ਸਾਰੇ ਸਾਧਨ ਹੁੰਦੇ ਨੇ, ਪਰ ਬੜੇ ਪਰੇਸ਼ਾਨ ਹੁੰਦੇ ਨੇ। ਸਤਿਗੁਰੂ ਜੀ ਕਹਿੰਦੇ ਮਨ ਦੇ ਸੁੱਖ ਦਾ ਸੰਬੰਧ ਇਹਨਾਂ ਪਦਾਰਥਾਂ ਨਾਲ ਨਹੀਂ ਹੈ, ਇਹ ਸਾਡੀ ਵਰਤੋਂ ਵਿਹਾਰ 'ਚ ਆਉਣ ਵਾਲੀਆਂ ਚੀਜ਼ਾਂ ਨੇ। ਤੇ ਸਤਿਗੁਰੂ ਜੀ ਨੇ ਅਖੀਰ ਤੇ ਗੱਲ ਕਹੀ ਹੈ ਕਿ ਇੱਕੋ ਇੱਕ ਜਿਹੜੀ ਗੱਲ ਹੈ, ਸਾਧ ਸੰਗ ਜਪ ਇੱਕ ਖਿਨਾ। ਸਤ ਸੰਗਤ ਰਾਹੀਂ ਇੱਕ ਖਿਨ ਵੀ ਪ੍ਰਮਾਤਮਾ ਦੇ ਪਿਆਰ ਜੁੜ ਜਾਈਏ ਨਾ, ਸਾਡਾ ਜੀਵਨ ਸਫਲ ਹੋ ਜਾਏਗਾ। ਗੁਰੂ ਸਾਹਿਬ ਜੀ ਨੇ ਇੱਕ ਥਾਂ ਤੇ ਬਚਨ ਕਹੇ, ਬਹੁਤ ਸਿਆਣ ਬਹੁਤ ਪੇਖੀ, ਕਲਮ ਸਿਆਣ ਕਾਗਜ਼ ਲੇਖੀ, ਮਹਿਰ ਮਲੂਕ ਹੋਏ ਦੇਖਿਆ ਖਾਨ।
ਤਾਂ ਤੇ ਨਾਹੀ ਮਨ ਤ੍ਰਿਪਤਾਨ, ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੇ ਮਨ ਤ੍ਰਿਪਤਾਵੋ। ਫਿਰ ਰੱਬ ਦੇ ਪਿਆਰਿਓ, ਮੈਨੂੰ ਉਹ ਸੁੱਖ ਦੱਸੋ ਜਿਹਦੇ ਰਾਹੀਂ ਮੇਰੇ ਮਨ ਦੀ ਤ੍ਰਿਪਤੀ ਹੋ ਜਾਏ, ਮੇਰੇ ਮਨ ਦੀ ਤ੍ਰਿਸ਼ਨਾ ਬੁਝ ਜਾਏ। ਪਦਾਰਥ ਹੋਣ ਨਾਲ ਮਨ ਦੀ ਤ੍ਰਿਪਤੀ ਤਾਂ ਨਹੀਂ ਹੁੰਦੀ, ਸਗੋਂ ਭੁੱਖ ਹੋਰ ਵੱਧਦੀ ਚਲੀ ਜਾਂਦੀ ਹੈ। ਸੋ ਸੁਖ ਮੋਕੋ ਸੰਤ ਬਤਾਵੋ, ਰੱਬ ਦੇ ਪਿਆਰਿਓ ਮੈਨੂੰ ਉਹ ਸੁੱਖ ਦੱਸੋ, ਤ੍ਰਿਸ਼ਨਾ ਬੂਝੇ ਮਨ ਤ੍ਰਿਪਤਾਵੋ, ਜਿਹਦੇ ਰਾਹੀਂ ਤ੍ਰਿਸ਼ਨਾ ਮਿਟ ਜਾਏ, ਭਟਕਣਾ ਮੁੱਕ ਜਾਏ, ਮਨ ਤ੍ਰਿਪਤ ਹੋ ਜਾਏ। ਆ ਜਿਹੜੀਆਂ ਬਾਹਰਲੀਆਂ ਗੱਲਾਂ ਸਿਆਣਪਾਂ ਵੀ ਦੇਖ ਲਈਆਂ, ਮਹਿਰ ਮਲੂਕ ਹੋਏ ਦੇਖਿਆ ਖਾਨ, ਚੌਧਰਪੁਣਾ ਵੀ ਕਰਕੇ ਦੇਖ ਲਿਆ, ਨਵਾਬੀਆਂ ਮਾਣ ਕੇ ਦੇਖ ਲੀਆਂ ਨੇ, ਤਾਂ ਤੇ ਨਾ ਹੀ ਮਨ ਤ੍ਰਿਪਤਾਨ, ਮਨ ਰੱਜਦਾ ਹੀ ਨਹੀਂ ਹੈ। ਉਹ ਕਿਹੜਾ ਸੁੱਖ ਹੈ? ਤੇ ਸਤਿਗੁਰੂ ਜੀ ਨੇ ਅਖੀਰ ਤੇ ਗੱਲ ਕੀ, ਕਰ ਕਿਰਪਾ ਸੰਤਨ ਮੋਖੋ ਸੱਚ ਕਹਿਆ। ਸੰਤ ਜਨਾਂ ਨੇ ਇੱਕ ਸੱਚ ਗੱਲ ਕਹਿ ਦਿੱਤੀ। ਉਹ ਗੱਲ ਕੀ ਕਹੀ ਹੈ? ਸਰਬ ਸੁਖ ਆਨੰਦ ਲਹਿਆ, ਕਿ ਸਾਰਿਆਂ ਸੁੱਖਾਂ ਤੋਂ ਉੱਤਮ ਜੋ ਆਨੰਦ ਜਾਂ ਸੁੱਖ ਪ੍ਰਾਪਤ ਕਰਨ ਦਾ ਤਰੀਕਾ ਹੈ ਉਹ ਹੈ ਕਿ ਸਾਧ ਸੰਗ ਹਰ ਕੀਰਤਨ ਗਾਈਏ, ਕਹੋ ਨਾਨਕ ਵਡਭਾਗੀ ਪਾਈਏ। ਸਾਧ ਸੰਗਤ ਰਾਹੀਂ ਪਰਮਾਤਮਾ ਦੀ ਕੀਰਤੀ ਕਰੀਏ, ਪਰਮਾਤਮਾ ਦੇ ਗੁਣ ਗਾਈਏ। ਸਤਿਗੁਰੂ ਜੀ ਕਹਿੰਦੇ ਇਹ ਦਾਤ ਵੱਡੇ ਭਾਗਾਂ ਵਾਲਿਆਂ ਨੂੰ ਮਿਲਦੀ ਹੈ, ਹਰ ਕਿਸੇ ਨੂੰ ਨਹੀਂ। ਸੁੱਖ ਮੰਨਣਾ ਤੇ ਸਤ ਸੰਗਤ ਰਾਹੀਂ ਪਰਮਾਤਮਾ ਦੇ ਪਿਆਰ ਜੁੜ ਕੇ ਮਿਲੇਗਾ। ਗੁਰੂ ਅਰਜਨ ਸਾਹਿਬ ਜੀ ਦਾ ਬਚਨ ਕਿ ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ, ਅਬਿਨਾਸੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਅਬਿਨਾਸੀ ਦਾ ਅਰਥ ਜਿਹੜਾ ਕਦੀ ਨਾਸ ਨਾ ਹੋਵੇ, ਖੇਮ ਦਾ ਅਰਥ ਹੈ ਸੁਖ ਕਲਿਆਣ। ਕਿਉਂਕਿ ਜੇ ਅਸੀਂ ਕਹਿੰਦੇ ਹਾਂ ਕਿ ਪਦਾਰਥ ਰਾਹੀਂ ਸੁੱਖ ਮਿਲੇਗਾ, ਜਦੋਂ ਪਦਾਰਥ ਚਲ ਗਿਆ ਸਾਡਾ ਸੁੱਖ ਵੀ ਚਲਿਆ ਗਿਆ। ਤਾਈਓ ਸਾਡੀ ਜ਼ਿੰਦਗੀ 'ਚ ਉਤਰਾਅ ਚੜਾਅ ਆਉਂਦਾ ਹੈ ਨਾ, ਕਿ ਜੇ ਚਾਰ ਪਦਾਰਥ ਆ ਗਏ ਅਸੀਂ ਬੜੇ ਖੁਸ਼ ਹੁੰਦੇ ਹਾਂ, ਚਲੇ ਗਏ ਬੜੇ ਗਮਗੀਨ ਹੋ ਜਾਂਦੇ ਹਾਂ। ਰੁਤਬਾ ਆ ਗਿਆ ਬੜੇ ਪ੍ਰਸੰਨ ਹਾਂ, ਚਲਿਆ ਗਿਆ ਬੜੇ ਦੁਖੀ ਹੋ ਜਾਂਦੇ ਹਾਂ। ਸਾਡਾ ਉਹ ਜਿਹੜਾ ਨਾ ਰਿਮੋਟ ਕੰਟਰੋਲ ਉਹ ਪਦਾਰਥਾਂ ਦੇ ਜਾਂ ਬਾਹਰਲੇ ਲੋਕਾਂ ਦੇ ਹੱਥ ਚਲਿਆ ਜਾਂਦਾ ਹੈ। ਜਦੋਂ ਮਰਜ਼ੀ ਸਾਨੂੰ ਸੁਖੀ ਕਰ ਦੇਣ, ਜਦੋਂ ਮਰਜ਼ੀ ਸਾਨੂੰ ਦੁਖੀ ਕਰ ਦੇਣ। ਸਤਿਗੁਰੂ ਜੀ ਕਹਿੰਦੇ ਰੱਬ ਦੇ ਪਿਆਰਿਆਂ ਨੇ ਖੋਜਤ ਖੋਜਤ ਤਤ ਵਿਚਾਰਿਓ, ਖੋਜਦਿਆਂ ਇਹ ਤਤ ਦੀ ਗੱਲ ਲੱਭ ਲਈ ਕਿ ਦਾਸ ਗੋਬਿੰਦ ਪਰਾਇਣ, ਉਹ ਪਰਮਾਤਮਾ ਸਾਡੇ ਪ੍ਰਾਣਾਂ ਦਾ ਆਧਾਰ ਹੈ। ਅਵਿਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਸਤਿਗੁਰੂ ਜੀ ਕਹਿੰਦੇ ਜੇ ਅਵਿਨਾਸੀ ਸਦਾ ਕਾਇਮ ਰਹਿਣ ਵਾਲਾ ਸੁੱਖ ਚਾਹੁੰਦੇ ਹੋ ਤੇ ਸਦਾ ਪਰਮਾਤਮਾ ਦਾ ਸਿਮਰਨ ਕਰੋ, ਸਦਾ ਉਸ ਵਾਹਿਗੁਰੂ ਜੀ ਦੀ ਬੰਦਗੀ ਕਰੋ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਥਾਂ ਥਾਂ ਤੇ ਸਾਨੂੰ ਸੁੱਖ ਮਾਨਣ ਦੀ ਜੁਗਤ ਦਰਸਾਈ ਹੈ ਕਿ ਉਹ ਸੁੱਖ ਕੇਵਲ ਪਰਮਾਤਮਾ ਦੇ ਪਿਆਰ 'ਚ ਹੈ। ਬਾਹਰੀ ਤੌਰ ਤੇ ਮਨੁੱਖ ਦੇ ਕੋਲ ਬਹੁਤ ਕੁਝ ਹੋਵੇ ਚੰਗੀ ਗੱਲ ਹੈ, ਪਦਾਰਥ ਹੋਣਾ ਮਾੜੀ ਗੱਲ ਨਹੀਂ ਹੈ। ਪਦਾਰਥ ਕੋ ਮਨੁੱਖ ਦੇ ਵੈਰੀ ਨਹੀਂ ਹੈ, ਇਹ ਚਾਹੀਦੇ ਨੇ, ਲੋੜ ਹੈ। ਪਰ ਜੇ ਪਦਾਰਥ ਹੁੰਦਿਆਂ ਪਰਮਾਤਮਾ ਦਾ ਪਿਆਰ ਨਹੀਂ ਹੈ ਤੇ ਆਪਾਂ ਅੰਦਰੋਂ ਕਦੇ ਸੁਖੀ ਨਹੀਂ ਹੋ ਸਕਾਂਗੇ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਅੱਜ ਦੇ ਇਸ ਪਵਿੱਤਰ ਮੁਖ ਵਾਕ ਦੇ ਰਾਹੀਂ ਸਾਨੂੰ ਅਵਿਨਾਸੀ ਸੁੱਖ ਮਾਨਣ ਦੀ ਜੁਗਤ ਦਰਸਾ ਰਹੇ ਨੇ। ਆਓ ਆਪਾਂ ਮਿਲ ਕੇ ਗੁਰੂ ਕੇ ਇਹਨਾਂ ਪਵਿੱਤਰ ਬਚਨਾਂ ਦੀ ਵਿਚਾਰ ਸਾਂਝੀ ਕਰੀਏ। ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜਦਿਆਂ ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾ। ਮਨ ਰੇ ਨਾਮ ਕੋ ਸੁਖ ਸਾਰ। ਗੁਰੂ ਅਰਜਨ ਸਾਹਿਬ ਜੀ ਦੇ ਇਹ ਪਵਿੱਤਰ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1223 ਤੇ ਅੰਕਿਤ ਹਨ। ਸਤਿਗੁਰੂ ਜੀ ਕਹਿੰਦੇ ਮਨ ਰੇ, ਆਪਣੇ ਮਨ ਨੂੰ ਸੰਬੋਧਨ ਕਰਦਿਆਂ ਗੱਲ ਕਰ ਰਹੇ ਨੇ ਸਤਿਗੁਰੂ ਜੀ ਕਿ ਨਾਮ ਕੋ ਸੁਖ ਸਾਰ। ਸਾਰ ਦਾ ਅਰਥ ਹੁੰਦਾ ਸ੍ਰੇਸ਼ਟ, ਉੱਤਮ, ਜਿਹਨੂੰ ਆਪਾਂ ਕਹਿ ਸਕਦੇ ਹਾਂ ਨਿਚੋੜ, ਸਾਰਿਆਂ ਤੋਂ ਉੱਤਮ। ਸੁਖਮਨੀ ਸਾਹਿਬ ਜੀ ਵਿੱਚ ਗੁਰੂ ਕਾ ਇੱਕ ਪਵਿੱਤਰ ਸ਼ਲੋਕ ਹੈ, ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨ ਸਾਰ। ਭਈ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੋਈ ਚੀਜ਼ ਸਾਡੇ ਜੀ ਦੀ ਸਾਥੀ ਨਹੀਂ ਬਣਦੀ। ਵਿਖਿਆ ਸਗਲੀ ਛਾਰ, ਇਹ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਹੋਰ ਜੋ ਕੁਝ ਹੈ ਨਾ,
ਇਹ ਵਿਖਿਆ ਦੀ ਨਹੀਂ ਆਈ ਹੈ, ਇਹ ਸਵਾਦ ਹੀ ਨਹੀਂ ਹੈ। ਦੇਖੋ ਪਦਾਰਥ ਮਾੜਾ ਨਹੀਂ ਹੈ, ਜਦੋਂ ਅਸੀਂ ਪਦਾਰਥ ਦੇ ਮੋਹ ਵਿੱਚ ਪੈ ਜਾਂਦੇ ਹਾਂ। ਜ਼ਹਿਰ ਹੈ ਨਾ, ਜ਼ਹਿਰ, ਜ਼ਹਿਰ ਕਿਸੇ ਮਨੁੱਖ ਨੂੰ ਦੇ ਦਿਓ ਜਾਂ ਕੋਈ ਖਾ ਲਵੇ ਤੇ ਉਹ ਉਹਦੇ ਸਰੀਰ ਨੂੰ ਅੰਦਰੋਂ ਰੋਗੀ ਬਣਾ ਕੇ ਖਤਮ ਕਰ ਦਿੰਦੀ, ਜ਼ਹਿਰ ਉਹਨੂੰ ਮਾਰ ਦਿੰਦੀ ਹੈ। ਇੱਦਾਂ ਹੀ ਜਦੋਂ ਮਨੁੱਖ ਦੇ ਮਨ ਅੰਦਰ ਮਮਤਾ ਆ ਜਾਏ, ਪਦਾਰਥਾਂ ਦਾ ਮੋਹ ਆ ਜਾਏ, ਮਨੁੱਖ ਫਿਰ ਅੰਦਰੋਂ ਮਰਨਾ ਸ਼ੁਰੂ ਹੋ ਜਾਂਦਾ ਹੈ। ਅੰਦਰੋਂ ਕੀ ਮਰਦਾ ਹੈ? ਉਹਦੇ ਅੰਦਰੋਂ ਪਿਆਰ ਖਤਮ ਹੋ ਜਾਂਦਾ ਹੈ। ਦੇਖੋ ਨਾ, ਕੇਵਲ ਇਹ ਦੁਨੀਆ ਦੇ ਮੋਹ ਮਾਇਆ ਕਰਕੇ ਹੀ ਸਾਡੀਆਂ ਰਿਸ਼ਤੇਦਾਰੀਆਂ ਟੁੱਟਦੀਆਂ ਨੇ, ਵੈਰ ਵਿਰੋਧ ਖੜੇ ਹੁੰਦੇ ਨੇ। ਭਰਾ ਭਰਾ ਦਾ ਵੈਰੀ, ਪੁੱਤਰ ਪਿਓ ਦਾ ਆਪਸੀ ਝਗੜਾ, ਇਹ ਰਿਸ਼ਤੇਦਾਰਾਂ ਦੀਆਂ ਲੜਾਈਆਂ ਆਪਾਂ ਦੇਖਦੇ। ਉਹਦਾ ਕਾਰਨ ਕੀ ਹੈ? ਸਿਰਫ ਧਨ ਦੌਲਤ ਹੀ ਹੈ, ਹੋਰ ਤਾਂ ਕੋਈ ਕਾਰਨ ਨਹੀਂ ਹੈ। ਉਹ ਸਾਡੇ ਅੰਦਰੋਂ ਪਿਆਰ ਮਰ ਗਿਆ। ਸਤਿਗੁਰੂ ਜੀ ਨੇ ਕਿਹਾ ਸੀ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿਤ ਨ ਰਹਿਓ ਕੋਈ, ਭਾਈ ਬੰਦੀ ਹੇਤ ਚਕਾਇਆ। ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਕਿਹੋ ਜਿਹੀ ਬਣ ਗਈ ਹੈ? ਇੱਥੇ ਕੋਈ ਸਾਲਕਦਰ ਸ੍ਰੇਸ਼ਟ ਪਿਆਰਾ ਮਿੱਤਰ ਰਿਹਾ ਹੀ ਕੋਈ ਨਹੀਂ ਹੈ। ਅਸੀਂ ਕਿਸੇ ਦੇ ਉੱਪਰ ਭਰੋਸਾ ਕਰਕੇ ਮਾਣ ਨਾਲ ਇਹ ਕਹਿ ਹੀ ਨਹੀਂ ਸਕਦੇ ਕਿ ਸਾਡਾ ਇਹ ਉਹ ਮਿੱਤਰ ਹੈ ਜਿਹੜਾ ਹਰ ਵੇਲੇ ਸਾਡਾ ਸਾਥ ਦੇਵੇਗਾ। ਮਿੱਤਰਾਂ ਕੋਲੋਂ ਵੀ ਡਰ ਲੱਗਦਾ ਕਿ ਕਿਤੇ ਇਹ ਵੀ ਸਾਨੂੰ ਠੱਗੀ ਨਾ ਮਾਰ ਜਾਣ। ਭਾਈ ਬੰਦੀ ਹੇਤ ਚਕਾਇਆ, ਭਰਾਵਾਂ ਨੇ, ਰਿਸ਼ਤੇਦਾਰਾਂ ਨੇ ਉਹ ਆਪਣੇ ਅੰਦਰੋਂ ਜਿਹੜਾ ਹੇਤ ਸੀ, ਪਿਆਰ ਸੀ, ਖਤਮ ਕਰ ਲਿਆ। ਦੁਨੀਆ ਕਾਰਨ ਦੀਨ ਗਵਾਇਆ। ਸਿਰਫ ਦੁਨੀਆ ਦੀ ਖਾਤਰ ਸਾਡਾ ਜੋ ਇਨਸਾਨੀਅਤ ਦਾ ਧਰਮ ਹੈ ਉਹ ਹੈ ਨਾ, ਇਨਸਾਨ ਨੂੰ ਇਨਸਾਨ ਪਿਆਰ ਕਰੇ, ਭਰਾ ਨੂੰ ਭਰਾ ਪਿਆਰ ਕਰੇ, ਘਰ ਦੇ ਵਿੱਚ ਪਿਆਰ ਹੋਵੇ। ਉਹ ਦੁਨੀਆ ਕਾਰਨ ਦੀਨ ਗਵਾਇਆ। ਸਿਰਫ ਦੁਨਿਆਵੀ ਪਦਾਰਥਾਂ ਦੀ ਖਾਤਰ ਮਨੁੱਖ ਨੇ ਆਪਣਾ ਦੀਨ, ਆਪਣਾ ਧਰਮ, ਉਹ ਇਨਸਾਨੀਅਤ ਦਾ ਧਰਮ ਜਿਹੜਾ ਸੀ ਉਹ ਗਵਾ ਲਿਆ। ਅੰਦਰੋਂ ਬੇਈਮਾਨ ਬਣ ਗਿਆ, ਅੰਦਰੋਂ ਇਹ ਝੂਠਾ ਬਣ ਗਿਆ, ਅੰਦਰੋਂ ਇਹ ਠੱਗ ਬਣ ਗਿਆ, ਅੰਦਰੋਂ ਇਹ ਤ੍ਰਿਸ਼ਨਾਲੂ ਬਣ ਗਿਆ। ਇਹ ਦੀਨ ਇਹਦਾ ਖਤਮ ਹੋ ਗਿਆ। ਮਨੁੱਖ ਦਾ ਦੀਨ ਹੈ ਧਰਮੀ ਹੋਣਾ, ਮਨੁੱਖ ਦਾ ਦੀਨ ਹੈ ਦਿਆਲੂ ਹੋਣਾ, ਮਨੁੱਖ ਦਾ ਦੀਨ ਹੈ ਅੰਦਰ ਸੰਤੋਖੀ ਹੋਣਾ, ਮਨੁੱਖ ਦਾ ਦੀਨ ਹੈ ਸਰਬੱਤ ਦੇ ਨਾਲ ਪਿਆਰ ਕਰਨਾ। ਨਾ ਕੋ ਬੈਰੀ ਨਹੀਂ ਬੇਗਾਨਿਆ, ਸਗਲ ਸੰਗ ਹਮ ਕੋ ਬਣਾਏ। ਪਰ ਸਤਿਗੁਰੂ ਜੀ ਕਹਿੰਦੇ ਦੁਨੀਆ ਦੀ ਖਾਤਰ ਦੀਨ ਹੀ ਗਵਾ ਦਿੱਤਾ ਇਸਨੇ। ਇਹੋ ਜੀ ਮਾਇਆ ਦੀ ਮਮਤਾ ਇਹਨੂੰ ਲੱਗੀ, ਮਾਇਆ ਨੂੰ ਨਿਗਲ ਗਈ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾਂ ਜਗ ਖਾਇਆ, ਮਨ ਮੁਖਾ ਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਏ। ਇਹ ਮਾਇਆ ਦੀ ਮਮਤਾ ਇਹਨੂੰ ਬਿਨਾਂ ਦੰਦਾਂ ਤੋਂ ਨਿਗਲ ਗਈ, ਪੂਰਾ ਹੀ ਨਿਗਲ ਗਈ। ਭਾਵ ਇਹੋ ਜਿਹਾ ਅਸਰ ਪਿਆ ਕਿ ਇਹਦੇ ਅੰਦਰੋਂ ਉਹ ਜਿਹੜਾ ਸੀ ਨਾ ਪਿਆਰ, ਉਹ ਭਰਾਤਰੀ ਭਾਵ ਖਤਮ ਹੋ ਗਿਆ, ਉਹ ਇਨਸਾਨੀਅਤ ਖਤਮ ਹੋ ਗਈ, ਨਿਗਲ ਗਈ ਮਾਇਆ ਇਸ ਨੂੰ। ਇਹ ਗੁਰੂ ਬਾਬਾ ਜੀ ਕਹਿੰਦੇ ਭਾਈ ਇਹ ਗੱਲ ਚੇਤੇ ਕਰ ਲਓ ਕਿ ਮਨ ਰੇ ਨਾਮ ਕੋ ਸੁਖ ਸਾਰ। ਸਤਿਗੁਰੂ ਜੀ ਕਹਿੰਦੇ ਸਾਰਿਆਂ ਤੋਂ ਸ੍ਰੇਸ਼ਟ ਸੁਖ ਜਿਹੜਾ ਹੈ ਨਾ ਉਹ ਪ੍ਰਮਾਤਮਾ ਦੇ ਨਾਮ ਵਿੱਚ ਹੈ। ਹੋਰ ਜਿੰਨੇ ਮਰਜ਼ੀ ਤੁਸੀਂ ਸਾਧਨ ਕਰ ਲਓ, ਭਾਵੇਂ ਧਾਰਮਿਕ ਵੀ ਕਿਉਂ ਨਾ ਹੋਣ, ਕਿਉਂਕਿ ਬੰਦਾ ਥੋੜਾ ਜਿਹਾ ਸੋਚਦਾ ਕਿ ਦੁਨੀਆਦਾਰੀ 'ਚ ਰਹਿ ਕੇ ਪਰੇਸ਼ਾਨੀਆਂ ਨੇ, ਚਲੋ ਧਰਮ ਨਾਲ ਜੁੜੀਏ। ਫਿਰ ਕੀ ਕਰਦਾ? ਕੋਈ ਤੀਰਥਾਂ ਤੇ ਨਹਾਈ ਜਾਏਗਾ, ਕੋਈ ਜੰਗਲਾਂ 'ਚ ਬੈਠ ਜਾਏਗਾ, ਕੋਈ ਐਵੇਂ ਖਾਮਖਾ ਜਿੱਥੇ ਥਾਂ ਮਿਲੀ ਉੱਥੇ ਬੈਠ ਕੇ ਮਾਲਾ ਫੇਰਨੀ ਸ਼ੁਰੂ ਕਰ ਦੇਵੇਗਾ ਕਿ ਸ਼ਾਇਦ ਇੱਦਾਂ ਸੁੱਖ ਮਿਲੇਗਾ। ਕਿਉਂਕਿ ਗਿਆਨ ਨਹੀਂ ਹੈ, ਭਾਵਨਾ ਮਾੜੀ ਨਹੀਂ ਹੈ, ਲੇਕਿਨ ਅੰਦਰ ਸੋਝੀ ਨਹੀਂ ਕਿ ਸੁੱਖ ਮਿਲਣਾ ਕਿਵੇਂ ਹੈ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜੋ ਮਰਜ਼ੀ ਕਰ ਲੋ, ਜਾਪ ਤਾਪ ਗਿਆਨ ਸਭ ਧਿਆਨ। ਮਨੁੱਖ ਜਿੰਨੇ ਮਰਜ਼ੀ ਜਾਪ ਕਰ ਲੇ, ਜਿੰਨੇ ਮਰਜ਼ੀ ਤਪ ਕਰ ਲੇ, ਜਿੰਨਾ ਮਰਜ਼ੀ ਉਹ ਗਿਆਨ, ਜਿੰਨਾ ਮਰਜ਼ੀ ਧਿਆਨ ਜੋੜਨ ਦਾ ਯਤਨ ਕਰੇ, ਜਾਪ ਤਾਪ ਗਿਆਨ ਇਸ਼ਨਾਨ, ਹਰ ਸਿਮਰਤ ਸ਼ਾਸਤਰ ਵਿਖਿਆਨ, ਸਿਮਰਤੀਆਂ ਦਾ, ਸ਼ਾਸਤਰਾਂ ਦਾ ਪਾਠ ਕਰੇ, ਯੋਗ ਅਭਿਆਸ ਕਰਮ ਧਰਮ ਕਿਰਿਆ। ਜੋਗੀਆਂ ਵਾਂਗੂ ਬੜੇ ਅਭਿਆਸ ਕਰੇ। ਸਾਡੇ ਵੀ ਅੱਜ ਕੱਲ੍ਹ ਲੋਕੀ ਜੋਗੀਆਂ ਵਾਂਗੂ ਕਹਿੰਦੇ ਇੱਧਰ ਦੀ ਸਾਹ ਕੱਢੋ, ਇੱਧਰ ਦੀ ਪਾਓ। ਗੁਰਦੁਆਰਿਆਂ 'ਚ ਵੀ ਕੈਂਪ ਲੱਗਣੇ ਸ਼ੁਰੂ ਹੋ ਗਏ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ 'ਚ ਉਹਨਾਂ ਨੂੰ ਕੁਝ ਨਹੀਂ ਲੱਭਿਆ ਤੇ ਉਹ ਜੋਗ ਦੇ ਮਗਰ ਪੈ ਗਏ ਕਿ ਸ਼ਾਇਦ ਜਿਹਨੂੰ ਸਤਿਗੁਰੂ ਜੀ ਨੇ ਰਿਜੈਕਟ ਕੀਤਾ ਉਹਨੂੰ ਅਸੀਂ ਮਾਣ ਦੇਣਾ ਸ਼ੁਰੂ ਕਰਤਾ। ਬਾਹਰੋਂ ਸਿੱਖ ਪਰ ਅੰਦਰੋਂ ਅਸੀਂ ਹੋਰ ਹੀ ਕੁਝ ਬਣੇ ਫਿਰਦੇ ਹਾਂ। ਸਤਿਗੁਰੂ ਜੀ ਕਹਿੰਦੇ ਯੋਗ ਅਭਿਆਸ ਕਰਮ ਧਰਮ ਕਿਰਿਆ। ਯੋਗੀਆਂ ਵਾਲੇ ਜਿੰਨੇ ਮਰਜ਼ੀ ਅਭਿਆਸ ਕਰ ਲਓ। ਦੇਖੋ ਜਿੱਥੋਂ ਤੱਕ ਸਰੀਰਕ ਤੰਦਰੁਸਤੀ ਦਾ ਸਾਧਨ ਹੈ, ਤੁਹਾਡਾ ਖਾਣਾ ਪੀਣਾ ਠੀਕ ਹੋਏ, ਆਪਣੀ ਕਿਰਤ ਕਰੋ,
ਲੋੜ ਅਨੁਸਾਰ ਰੋਜ਼ ਐਕਸਰਸਾਈਜ਼ ਕਰੋ, ਤੁਸੀਂ ਸੁੱਤੇ ਸਿੱਧ ਸਰੀਰ ਤੰਦਰੁਸਤ ਰਹੇਗਾ। ਜੋਗੀਆਂ ਵਾਂਗੂ ਢਿੱਡ ਫਲਾਉਣ ਦੀ ਲੋੜ ਕੀ ਹੈ, ਜਾਂ ਇੱਧਰ ਉੱਧਰ ਪੁੱਠੇ ਸਿੱਧੇ ਹੋਣ ਦੀ ਕੀ ਲੋੜ ਹੈ। ਇਹ ਤੇ ਸਿਰਫ ਅਗਿਆਨਤਾ ਚੋਂ ਨਿਕਲੀਆਂ ਸਾਡੀਆਂ ਗੱਲਾਂ ਨੇ। ਇਸ ਕਰਕੇ ਯੋਗ ਅਭਿਆਸ ਕਰਮ ਧਰਮ ਕਿਰਿਆ, ਜੋਗੀਆਂ ਵਰਗੇ ਜਿੰਨੇ ਮਰਜ਼ੀ ਕੋ ਅਭਿਆਸ ਕਰ ਲੇ, ਜਿੰਨੇ ਮਰਜ਼ੀ ਉਹ ਕੰਮ ਕਰ ਲੇ, ਜਿੰਨਾ ਮਰਜ਼ੀ ਬਾਹਰੋਂ ਧਾਰਮਿਕ ਕਰਮ ਕਰ ਲੇ, ਅਨੇਕਾਂ ਸਾਧਨ ਕਰ ਲੇ, ਸਤਿਗੁਰੂ ਜੀ ਕਹਿੰਦੇ ਜੋ ਕੁਝ ਮਰਜ਼ੀ ਕਰ ਲੇ, ਨਹੀਂ ਤੁਲ ਰਾਮ ਨਾਮ ਵਿਚਾਰ। ਵਾਹਿਗੁਰੂ ਜੀ ਦੇ ਸਿਮਰਨ ਦੇ ਤੁਲ ਕੋਈ ਵਿਚਾਰ ਨਹੀਂ ਹੈ। ਸਰੀਰਕ ਤੰਦਰੁਸਤੀ ਦੀ ਗੱਲ ਅਸੀਂ ਕਰਦੇ ਨਾ ਕਿ ਸਰੀਰ ਤੰਦਰੁਸਤ ਰਹਿਣਾ ਚਾਹੀਦਾ, ਤਾਂ ਹੀ ਉਹ ਜੋਗੀਆਂ ਵਾਂਗੂ ਕਈ ਉੱਠਕਾਂ ਬੈਠਕਾਂ ਕਰਨ ਲੱਗ ਪਏ ਨੇ। ਤੇ ਸਤਿਗੁਰੂ ਜੀ ਦੀ ਬਾਣੀ ਨਹੀਂ ਤੇ ਸਰੀਰਕ ਤੰਦਰੁਸਤੀ ਦੀ ਗੱਲ ਕਰਦੀ। ਪਹਿਲਾਂ ਸਵਾਲ ਹੈ ਕਿ ਸਰੀਰ ਰੋਗੀ ਹੋਇਆ ਕਿਉਂ ਹੈ, ਇਹ ਦੇਖਣਾ ਹੈ ਨਾ, ਸਰੀਰ ਰੋਗੀ ਹੋਇਆ ਕਿਉਂ ਹੈ। ਜੇ ਤੁਹਾਨੂੰ ਰੋਗ ਦੇ ਕਾਰਨ ਦਾ ਪਤਾ ਨਹੀਂ ਹੈ, ਭਾਵੇਂ ਜਿੰਨਾ ਮਰਜ਼ੀ ਪੁੱਠੇ ਲਟਕੀ ਜਾਓ, ਜਿੰਨੀਆਂ ਮਰਜ਼ੀ ਦਵਾਈਆਂ ਖਾਈ ਜਾਓ, ਉਹ ਸਾਡਾ ਰੋਗ ਕੱਟਿਆ ਤਾਂ ਨਹੀਂ ਜਾਏਗਾ। ਉਹ ਤੇ ਰੋਗ ਤੇ ਉੱਥੇ ਦਾ ਉੱਥੇ ਹੈ। ਗੁਰਬਾਣੀ ਕਹਿੰਦੀ ਸਾਡੇ ਰੋਗਾਂ ਦਾ ਕਾਰਨ ਹੈ ਖਾਣਾ ਪੀਣਾ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖੁਲੋਏ ਰੋਗ। ਅਸੀਂ ਖਾਣਾ ਪੀਣਾ ਵਧੀਆ ਨਹੀਂ, ਸਾਡਾ ਸਰੀਰ ਦੀ ਲੋੜ ਅਨੁਸਾਰ ਨਹੀਂ, ਤਾਂ ਰੋਗ ਪੈਦਾ ਹੋਏ ਨੇ। ਸਭ ਤੋਂ ਪਹਿਲਾਂ ਅਸੀਂ ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਦੇ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਆਪਣੇ ਖਾਣ ਪੂਣ ਦਾ ਚੰਗੀ ਤਰ੍ਹਾਂ ਪੁਣ ਛਾਣ ਕਰੀਏ ਕਿ ਕੀ ਖਾਣੇ ਜਿੰਨਾ ਸਰੀਰ ਰੋਗੀ ਹੈ। ਜਦੋਂ ਤੁਸੀਂ ਆਪਣਾ ਖਾਣਾ ਪੀਣਾ ਠੀਕ ਕਰ ਲੋਗੇ ਤੇ 50% ਰੋਗ ਉਦਾਂ ਹੀ ਭੱਜਣੇ ਸ਼ੁਰੂ ਹੋ ਜਾਣਗੇ। ਖਾਣਾ ਪੀਣਾ ਠੀਕ ਕਰ ਲਈਏ ਆਪਣਾ। ਦੂਸਰੀ ਗੱਲ ਹੈ ਕਿ ਆਪਣੀ ਸੋਚ ਵਧੀਆ ਕਰ ਲਈਏ। ਰੋਗ ਸੋਚ ਵਿੱਚੋਂ ਪੈਦਾ ਹੁੰਦੇ ਨੇ। ਗੁਰਬਾਣੀ ਨੇ ਕਿੰਨੇ ਪਿਆਰੇ ਬਚਨ ਕਿਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਝ ਪਾਏ। ਐਵੇਂ ਗੁੱਸਾ ਨਾ ਕਰਿਆ ਕਰ, ਚਿੰਤਾ ਨਾ ਕਰਿਆ ਕਰ, ਕ੍ਰੋਧ ਨਾ ਕਰਿਆ ਕਰ। ਤੇ ਅਸੀਂ ਭਾਵੇਂ ਜਿਹਨੇ ਮਰਜ਼ੀ ਸਾਧਨ ਕਰ ਲਈਏ, ਹੁਣ ਜਿਹੜੇ ਜੋਗੀ ਨੇ ਉਹਨਾਂ ਨੂੰ ਗੁੱਸਾ ਨਹੀਂ ਹੁੰਦਾ। ਬਾਬਾ ਨਾਨਕ ਜੀ ਨਾਲ ਤੇ ਸਾਰੀ ਜ਼ਿੰਦਗੀ ਉਹ ਲੜਦੇ ਰਹੇ ਜੋਗੀ। ਦੇਖੋ ਨਾ ਅਚਲ ਵਟਾਲੇ ਦੀ ਧਰਤੀ ਤੇ ਉਹਨਾਂ ਨੇ ਕੀ ਨਹੀਂ ਕੀਤਾ ਸਤਿਗੁਰੂ ਜੀ ਦੇ ਨਾਲ। ਜਦੋਂ ਸਤਿਗੁਰੂ ਜੀ ਸਮੇਰ ਪਰਬਤ ਤੇ ਉੱਥੇ ਸਤਿਗੁਰੂ ਜੀ ਦੇ ਨਾਲ ਉਹ ਲੜੇ, ਚੰਗੀ ਤਰ੍ਹਾਂ ਬਹਿਸ ਵੀ ਹੋਈ, ਚਰਚਾ ਵੀ ਹੋਈ। ਉਹਨਾਂ ਨੇ ਆਪਣਾ ਗੁੱਸਾ ਕੱਢਿਆ ਜਿੰਨਾ ਕੱਢ ਸਕਦੇ ਸੀ। ਗੁੱਸੇ ਨੂੰ ਤੇ ਜੋਗੀ ਕੰਟਰੋਲ ਨਹੀਂ ਕਰ ਸਕੇ। ਤੇ ਅਸੀਂ ਤੰਦਰੁਸਤ ਕਿਵੇਂ ਹੋ ਜਾਵਾਂਗੇ ਜੀ? ਯੋਗ ਆਸਣ ਕਰ ਰਹੇ ਹਾਂ, ਸਾਡੇ ਵੀ ਲੱਗਦੀ ਹੈ ਕਲਾਸ ਜੀ, ਯੋਗ ਆਸਣ ਕਰ ਰਹੇ ਅਸੀਂ। ਯੋਗ ਆਸਣ ਦਾ ਗੁਰਮਤ ਦੇ ਅੰਦਰ ਕੋਈ ਥਾਂ ਨਹੀਂ ਹੈ। ਇਹ ਗੁਰਮਤ ਵਿਹੂਣੇ ਲੋਕਾਂ ਦੀਆਂ ਗੱਲਾਂ ਨੇ ਕਿ ਅਸੀਂ ਯੋਗਾ ਦੇ ਰਾਹੀਂ ਤੰਦਰੁਸਤ ਹੋ ਜਾਵਾਂਗੇ। ਤੰਦਰੁਸਤੀ ਤੁਹਾਡੀ ਸੋਚ ਚੋਂ ਪੈਦਾ ਹੋਣੀ ਹੈ, ਤੁਹਾਡੇ ਖਾਣ ਪੀਣ ਚੋਂ ਪੈਦਾ ਹੋਣੀ ਹੈ। ਜੇ ਨਹੀਂ ਸਵਾਰੋਗੇ, ਭਾਵੇਂ ਜੋਗੀ ਛੱਡ ਕੇ ਜੋ ਮਰਜ਼ੀ ਕਰੀ ਜਾਓ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਆਪਣੀ ਸੋਚ ਨੂੰ ਠੀਕ ਕਰੋ। ਜਦੋਂ ਤੁਹਾਡੀ ਸੋਚ ਵਿੱਚੋਂ ਕ੍ਰੋਧ ਖਤਮ ਹੋ ਜਾਏਗਾ, ਈਰਖਾ ਖਤਮ ਹੋ ਜਾਏਗੀ, ਚਿੰਤਾ ਖਤਮ ਹੋ ਜਾਏਗੀ, ਤੁਹਾਡੇ ਕਈ ਰੋਗ ਮਸਲੇ ਹੱਲ ਹੋ ਜਾਣਗੇ। ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਕੋਈ ਸਰੀਰ ਨੂੰ ਰੋਗ ਹੀ ਨਹੀਂ ਲੱਗੇਗਾ। ਰੋਗ ਐਵੇਂ ਨਹੀਂ ਲੱਗਦੇ ਕਿ ਖਾ ਮਖਾਈ ਰੋਗ ਲੱਗ ਜਾਂਦੇ ਨੇ। ਰੋਗ ਲੱਗਣ ਦਾ ਕੋਈ ਕਾਰਨ ਹੁੰਦਾ ਹੈ, ਉਹਦੇ ਵਿੱਚ ਸਾਡੀ ਕੋਈ ਸਰੀਰ ਪ੍ਰਤੀ ਅਣਦੇਖੀ ਹੁੰਦੀ ਹੈ, ਲਾਪਰਵਾਹੀ ਹੁੰਦੀ ਹੈ। ਜਦੋਂ ਅਸੀਂ ਸਰੀਰ ਦੇ ਪ੍ਰਤੀ ਅਵੇਅਰ ਹੋ ਜਾਵਾਂਗੇ, ਜਾਗਰੂਕ ਹੋ ਜਾਵਾਂਗੇ ਵੀ ਸਾਡਾ ਸਰੀਰ ਇਹਨੂੰ ਆਪਾਂ ਸੰਭਾਲਣਾ ਹੈ। ਇਹ ਕੋਈ ਡਸਟਬਿਨ ਨਹੀਂ ਹੈ ਕਿ ਜੋ ਮਰਜ਼ੀ ਪਾਈ ਜਾਓ। ਆਪਾਂ ਦੇਖਦੇ ਹੀ ਹਾਂ ਕਿ ਜੇ ਅਸੀਂ ਵਿਆਹਾਂ ਸ਼ਾਦੀਆਂ ਤੇ ਕਿ ਵਿੱਚ ਆਈਸਕ੍ਰੀਮ ਖਾਏ ਗਏ, ਵਿੱਚ ਆਪਾਂ ਕੌਫੀ ਪੀ ਗਏ, ਪਤਾ ਨਹੀਂ ਕੀ ਕੁਝ ਖਾ ਪੀ ਕੇ ਢਿੱਡ ਨੂੰ ਭਰ ਕੇ ਕਹਿੰਦੇ ਜੀ ਬਸ ਮਜ਼ਾ ਆ ਗਿਆ। ਇਹ ਸਰੀਰ ਕੋਈ ਡਸਟਬਿਨ ਨਹੀਂ ਹੈ। ਇਹ ਸਰੀਰ ਤਾਂ ਸੀ ਜਿਉਂਦੇ ਰਹਿਣ ਦੇ ਲਈ ਅੰਦਰ ਖੁਰਾਕ ਚਾਹੀਦੀ ਹੈ, ਪਰ ਖੁਰਾਕ ਕਿਹੜੀ ਚਾਹੀਦੀ ਹੈ ਇਹ ਤੇ ਪਤਾ ਹੋਣਾ ਚਾਹੀਦਾ ਹੈ ਨਾ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ, ਪਰਮਾਤਮਾ ਦੇ ਸਿਮਰਨ ਦੇ ਤੁਲ ਹੋਰ ਕੋਈ ਸਾਧ ਨਹੀਂ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਇੱਕ ਵਾਰੀ ਗੁਰੂ ਰਾਹੀਂ ਪਰਮਾਤਮਾ ਦੇ ਪਿਆਰ 'ਚ ਜੁੜ ਕੇ ਤਾਂ ਦੇਖੋ ਤੁਸੀਂ। ਬੰਦਾ ਗੁਰੂ ਦੀ ਗੱਲ ਨਹੀਂ ਸੁਣਨਾ ਚਾਹੁੰਦਾ, ਇੱਧਰ ਉੱਧਰ ਦੀਆਂ ਗੱਲਾਂ ਨੂੰ ਬੜੀਆਂ ਸੋਹਣੀਆਂ ਲੱਗਦੀਆਂ ਨੇ। ਕੋਈ ਨਵੀਂ ਜੀ ਗੱਲ ਜਿਹੜੀ ਨਾ ਸੁਣੀ ਹੋਏ ਕਰਦੇ ਕਹਿੰਦੇ ਲੈ ਜੀ ਮਜ਼ਾ ਆ ਗਿਆ। ਆਹ ਗੱਲ ਪਹਿਲਾਂ ਨਹੀਂ ਸੀ ਸੁਣੀ। ਗੁਰਬਾਣੀ ਸੁਣ ਸੁਣ ਕੇ ਦਰਅਸਲ ਨਾ ਅਸੀਂ ਅੱਕ ਗਏ ਹਾਂ, ਸਾਨੂੰ ਚੰਗੀ ਨਹੀਂ ਲੱਗਦੀ ਗੁਰਬਾਣੀ ਦੀ ਗੱਲ। ਦੇਖੋ ਨਾ, ਜੇ ਚੰਗੀ ਲੱਗਦੀ ਹੋਏ ਤੇ ਕਿੱਡਾ ਵੱਡਾ ਹਾਲ ਹੈ, ਖਾਲੀ ਪਿਆ। ਉਵੇਂ ਆਪਾਂ ਲਾਈਵ ਹੀ ਪ੍ਰੋਗਰਾਮ ਦਿੰਦੇ ਹਾਂ। ਇਹਦਾ ਮਤਲਬ ਕਿ ਗੁਰਬਾਣੀ ਸਾਨੂੰ ਮਿੱਠੀ ਨਹੀਂ ਲੱਗਦੀ, ਪਿਆਰੀ ਨਹੀਂ ਲੱਗਦੀ। ਗੁਰਬਾਣੀ ਦਾ ਕੀਰਤਨ ਪਿਆਰਾ ਨਹੀਂ ਲੱਗਦਾ। ਤੇ ਅਸੀਂ ਕਹਿੰਦੇ ਕਿ ਸੁੱਖ ਸੇਡਾ ਉਵੇਂ ਅਰਦਾਸ ਰਾਹੀਂ ਸੁੱਖ ਮਿਲ ਜਾਏ ਸਾਨੂੰ, ਜਾਂ ਉਵੇਂ ਕਿਸੇ ਸਾਧ ਰਾਹੀਂ ਸੁੱਖ ਮਿਲ ਜਾਏ। ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਨਹੀਂ, ਮਨ ਰੇ ਰਾਮ ਨਾਮ ਕੋ ਸੁਖ ਸਾਰ। ਉਹ ਮਨਾ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਹੀ ਸਭ ਤੋਂ ਉੱਤਮ ਸ੍ਰੇਸ਼ਟ ਸੁੱਖ ਮਿਲਦਾ ਹੈ, ਜੋ ਸਭ ਤੋਂ ਮਹਾਨ ਸੁੱਖ, ਜਿਹਨੂੰ ਅਬਿਨਾਸੀ ਸੁੱਖ ਕਹਿੰਦੇ।
अविनाशी खेम चाहे जे नानक सदा सिमर नारायण। ये भाई जे तू सदा कायम रहने वाला सुख चाहुंदा, सदा सुख चाहुंदा ते परमात्मा दे प्यार जोड़। साहब कहते आन काम बेकार माया सगल दी सहचार। आ होर जिन्ने काम असी करते हैं ना, देखो जिउंदे रहन लई किरत जरूरी है, गुजरान लई काम जरूरी है, पर जे कोई कहे कि होर कम्मां राहीं मैनूं सुख मिल जाए तो सतगुरु जी कहते नहीं, ये सब कोई इवें है सगल दी सहचार। शार दा अर्थ हुंदा सुआह, ये सब सुआह दी नहीं है। जिवें सुआह दे नाल आपां की कर सकते हैं, भांडी मान सकते, होर तो कुछ नहीं कर सकते। इसे तरीके दे नाल सतगुरु जी कहते आ जो कुछ है ना बाहरले होर साधन जिन्ने भी ने, भावें वो देखण नूं धार्मिक भी क्यों ना होण, भावें कोई तीर्थां ते बैठा होए, भावें कोई जंगलां 'च बैठा होए, भावें जोगियां वाले काम करदा होए, भावें कोई मोनी बन के बैठा होए, सगल दिसें छार। गुरबाणी विच सतगुरु जी की आसा दी वार आपां सरवण करदे हां, पढ़दे हां, जिथे सतगुरु जी ने कहा अन्न न खाया साध गवाया, बहु दुख पाया दूजा पाया। कई लोग सोचते कि वर्त रखे ही रब मिल जाएगा, भुखे रह लो रब मिल जाएगा। सतगुरु जी कहते उन्होंने तो अपनी जिंदगी का स्वाद ही खराब कर लिया। ये अन्न मनुख लिए बने हैं, जिउंदे रहन लई अन्न की लोड़ है। अन्न ते आग्या ते कोई रब नहीं मिलता, भुखे रहिया ते कोई रब नहीं मिलता। अन्न ना खाया साध गवाया, बहु दुख पाया दूजा पाया, बस्तर ना पहरे अहनस कहरे। कई सोचते कि शरीर ते कपड़ा नहीं लवांगे, ठंड च बैठांगे जां धूड़ियां ता के बैठांगे रब मिल जाएगा, नंगे पैरी फिरांगे रब मिल जाएगा। सतगुरु जी कहते बस्तर ना पहरे अहनस कहरे। वह तो बंदा दिन रात अपने आप के आप ही कहर चल रहा है, अपने आप ते अपने आप नूं टार्चर कर रहा, जिहड़ा बस्तर नहीं पा रहा, शरीर ते कपड़े नहीं पा रहा। मोन वे गुत्ता क्यों जागे गुरबिन सुत्ता। कई बंदे कहते जी मोनी बन जो बोलना ही नहीं है रब मिल जाएगा। जे मोनी बनया रब मिलता है तो गूंगिया नूं पहला मिलना चाहिए। कई दरख्त मोनी खड़े ने उन्होंने मिलना चाहिए। मोन विगुत्ता, जेड़ा मोनी बन गया वह भी विगोचे च ही है, घाटे च ही है, क्योंकि अंदरों तो मन सुता पिया। मूँह तो चुप करने नाल थोड़ो गल बननी है। वैसे भी मूँह तो चुप कीते बंदा चुप हो ही नहीं सकता, मन तो भटकी जा रहा है, रौला पाई जा रहा है। वो मन जेड़ा नहीं जागना, पग उपे ताना अपना किया कमाना। पग मिलना पैर, पैरों नंगे होके तुरे फिरना कि मैं इन्ने दिन नंगे पैरी गुरुद्वारे जाना है। जाओ, थोड़ी मर्जी, रब ने जुत्तियां पाउण लई दित्तियां ने, नंगे पैरी चलण लई नहीं दित्तियां। इस करके सतगुरु जी कहते पग उपे ताना अपना किया कमाना। नंगे पैरी तुरन वाला भी अपना किता ही कमा रहा है। अलमल खाई सिरशाही पाई, मूर्ख अंधे पत गवाई। कोई सिर ते सुआह पा के कहंदा रब मिलेगा, कोई गंदगी खा के कहंदा रब मिलेगा। बहुत कुछ हुंदा धर्म की दुनिया, तुसीं नज़र मारोगे ना, पता नहीं धर्म के नां ते किन्ना को धर्म हुंदा। अखीर ते सतगुरु जी ने कोई गल कही दी, विण नावे किस थाए ना पाई। परमात्मा दे नाम सिमरन तो बिना होर कोई चीज़ किसे लेखे च नहीं आउणी, जो मर्जी करी जाओ। सुख केवल परमात्मा दे प्यार च। गुरबाणी गल कहंदी है, हर बिन जियो जल वल जाओ, मैं अपना गुर पूछ देखिया अवर नाही था। प्रभु दे प्यार तो बिना साडा जिहड़ा जिंद है, जीड़ा है ना, ये सड़ बल जाता है। साहब कहते असीं देख लिया परमात्मा तो बिना खुश रहने दे लई होर कोई थां नहीं है। तुसीं कोई दुनिया च अजिही उदाहरण दसो कि कोई धनवान बंदा जिहड़ा है वो सदा खेड़े च रहिंदा होए, जां कोई किसी रुतबे ते बैठा, पद पदवी ते राज भाग ते बैठा होया बंदा सदा ही खुश रहे, कोई उदाहरण नहीं मिलेगी। केवल एक उदाहरण के नानक भगतां सदा विगास, सुने दुख पाप का नास। रब की बंदगी करने वाले जिहड़े वो सदा विगास विच रहिंदे ने। बंदगी दा अर्थ ये नहीं कि असीं राज भाग नहीं मनना। बंदगी सानू को दुनिया तो तोड़दी नहीं है। बंदगी दा अर्थ को वेले बहना नहीं है। बंदगी दा अर्थ को काम कार त्यागना नहीं है। बंदगी दा अर्थ के परमात्मा के प्यार च विचरना, उठदियां बैठदियां काम धंधा किरत विरत करदियां खांदियां पींदियां उहदे प्यार च जुड़िया उहदा धन्नवाद करना। ये सतगुरु साहिब जी कहते वाहिगुरु जी के प्यार तो बिना होर जिन्ने काम ने बेकार ने, ये सब स्वाद ही नहीं आई ने, ये साडे जी नूं कोई सुख नहीं दे सकते। ये जदों काम असीं करदे ना कि शायद यह काम कीतिआं सानूं सुख मिल जाएगा, वो पदवी मिलिआ सुख मिल जाएगा, उहदे चों सानूं मिलदा की है? गृह अंधकूप पतित प्राणी नरक घोर गुबार।
ਉਹਦੇ ਚੋਂ ਕੀ ਮਿਲਦਾ ਹੈ? ਜਿਉਂ-ਜਿਉਂ ਬੰਦਾ ਇਹ ਸੋਚ ਕੇ ਕਿ ਦੁਨਿਆਵੀ ਵਸਤੂਆਂ ਚੋਂ ਹੀ ਸੁੱਖ ਮਿਲੇਗਾ, ਇਕੱਠੀਆਂ ਕਰ ਲਓ, ਪਦਾਰਥ ਇਕੱਠੇ ਕਰ ਲਓ, ਉਹ ਫਿਰ ਨਾ ਅੰਧਕੂਪ, ਅੰਨ ਮੈਣਾ ਹਨੇਰਾ, ਖੂਹ ਮੈਣਾ ਖੂਪ, ਅੰਨੇ ਖੂਹ 'ਚ ਬੰਦਾ ਡਿੱਗਣਾ ਸ਼ੁਰੂ ਹੋ ਜਾਂਦਾ। ਅੰਨਾ ਖੂਹ ਕੀ ਹੈ? ਖੂਹ ਦੇ ਵਿੱਚ ਹਨੇਰਾ ਹੁੰਦਾ, ਖੂਹ ਦੇ ਵਿੱਚ ਬੰਦਾ ਜਿਹੜਾ ਡਿੱਗਿਆ ਉਹਦੇ ਤੋਂ ਬਿਨਾਂ ਹੋਰ ਕੁਝ ਨਹੀਂ, ਉਹਨੂੰ ਆਸੇ-ਪਾਸੇ ਕੁਝ ਨਹੀਂ ਨਜ਼ਰ ਆਉਂਦਾ, ਕੁਝ ਨਹੀਂ ਪਤਾ ਲੱਗਦਾ ਉਹਨੂੰ, ਅੰਦਰ ਬੜਾ ਉਹ ਡਰਿਆ ਵੀ ਹੁੰਦਾ। ਹੁਣ ਜਦੋਂ ਮਨੁੱਖ ਦੇ ਮਨ ਅੰਦਰ ਮਾਇਆ ਦਾ, ਦੁਨੀਆ ਦਾ ਮੋਹ ਆਉਂਦਾ ਹੈ ਨਾ, ਫਿਰ ਉਹਦੀ ਸੋਚ ਜਿਹੜੀ ਹੈ ਨਾ ਉਹ ਸੰਕੀਰਣ ਹੋ ਜਾਂਦੀ, ਨੈਰੋ ਮਾਈਂਡਡ ਹੋ ਜਾਂਦਾ। ਇੰਨਾ ਨੈਰੋ ਮਾਈਂਡਡ ਹੋ ਜਾਂਦਾ ਕਿ ਉਹਨੂੰ ਆਪਣੇ ਤੋਂ ਬਿਨਾਂ ਹੋਰ ਨਹੀਂ ਕੁਝ ਵੀ ਸੁਝਦਾ। ਉਹ ਕਹਿੰਦਾ ਮੈਂ ਹੀ ਸੁਖੀ ਹੋਣਾ ਚਾਹੀਦਾ, ਮੈਂ ਹੀ ਬਚਣਾ ਚਾਹੀਦਾ, ਸਭ ਕੁਝ ਮੈਨੂੰ ਮਿਲ ਜਾਣਾ ਚਾਹੀਦਾ। ਇਹ ਹੈ ਸੰਕੀਰਣ ਸੋਚ, ਨੈਰੋ ਮਾਈਂਡਡ। ਸਭ ਕੁਝ ਮੇਰੇ ਕੋਲ ਹੀ ਆ ਜਾਏ ਜਾਂ ਮੇਰੇ ਪਰਿਵਾਰ ਕੋਲ ਆ ਜਾਏ, ਹੋਰ ਦੁਨੀਆ ਦੇ ਲੋਕ ਨਹੀਂ ਰਹਿਣੇ ਚਾਹੀਦੇ। ਇਹ ਹੈ ਅੰਨਾ ਖੂਹ। ਜਿਵੇਂ ਖੂਹ ਦੇ ਵਿੱਚ ਆਪਣੇ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ, ਹਨੇਰੇ 'ਚ ਹੁੰਦਾ ਬੰਦਾ, ਦੁਖੀ ਹੁੰਦਾ, ਤਿਵੇਂ ਮੋਹ ਮਾਇਆ 'ਚ ਪੈ ਕੇ ਨਾ ਬੰਦਾ ਅੰਦਰੋਂ ਸਿਰਫ ਤਾਂ ਸਿਰਫ ਆਪਣੇ ਤੱਕ ਸੀਮਤ ਹੋ ਕੇ ਰਹਿ ਜਾਂਦਾ। ਉਹਦੀ ਸੋਚ ਜਿਹੜੀ ਹੈ ਸੁੰਗੜ ਜਾਂਦੀ ਹੈ, ਅੰਦਰੋਂ ਬੜਾ ਤੰਗ ਦਿਲ ਹੋ ਜਾਂਦਾ ਹੈ, ਅੰਦਰੋਂ ਬੜਾ ਸਵਾਰਥੀ ਹੋ ਜਾਂਦਾ ਹੈ, ਆਪਣੇ ਤੋਂ ਬਿਨਾਂ ਹੋਰ ਕਿਸੇ ਨੂੰ ਬਰਦਾਸ਼ਤ ਹੀ ਨਹੀਂ ਕਰਦਾ, ਹੋਰ ਕੋਈ ਉਹਨੂੰ ਨਜ਼ਰ ਨਹੀਂ ਆਉਂਦਾ। ਅੰਨਾ ਵੀ ਹੋ ਜਾਂਦਾ ਹੈ ਤੇ ਬੋਲਾ ਵੀ ਹੋ ਜਾਂਦਾ ਹੈ, ਅੰਨਾ ਵੀ ਹੋ ਜਾਂਦਾ ਹੈ, ਬੋਲਾ ਵੀ ਹੋ ਜਾਂਦਾ ਹੈ। ਭਾਵ ਕੰਨਾਂ ਦੇ ਰਾਹੀਂ ਉਹ ਕਿਸੇ ਦੀ ਕੋਈ ਤਰਲਾ ਫਰਿਆਦ ਜਾਂ ਸਿੱਖਿਆ ਨਹੀਂ ਸੁਣਦਾ, ਬੋਲਾ ਹੋ ਜਾਂਦਾ ਹੈ ਕੰਨਾਂ ਤੋਂ। ਅੱਖਾਂ ਦੇ ਰਾਹੀਂ ਉਹ ਕਿਸੇ ਦਾ ਦੁੱਖ ਦਰਦ ਦੇਖ ਕੇ ਪਤੀਜਦਾ ਨਹੀਂ ਹੈ, ਉਹ ਅੱਖਾਂ ਤੋਂ ਵੀ ਅੰਨਾ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਕੇਵਲ ਤਾਂ ਕੇਵਲ ਹੋਰਨਾਂ ਸਾਧਨਾਂ ਦੇ ਰਾਹੀਂ ਸੁਖੀ ਹੋਣ ਦਾ ਯਤਨ ਕਰਦੇ ਹਾਂ, ਇਹ ਸਮਝੋ ਅਸੀਂ ਅੰਨੇ ਖੂਹ ਵਿੱਚ ਡਿੱਗ ਰਹੇ ਹਾਂ, ਉਹਦੇ ਚੋਂ ਨਿਕਲਣਾ ਬੜਾ ਔਖਾ ਹੈ। ਜਦੋਂ ਬੰਦੇ ਦੀ ਸੋਚ ਸੰਕੀਰਣ ਹੋ ਜਾਏ, ਬੰਦਾ ਅੰਦਰੋਂ ਸੁੰਗੜ ਜਾਏ, ਉਦੋਂ ਫਿਰ ਇਸ ਬਿਵਤਾ ਚੋਂ ਬੰਦਾ ਆਪਣੇ ਆਪ ਨਹੀਂ ਨਿਕਲ ਸਕਦਾ, ਸੋਚ ਆਪਣੇ ਆਪ ਨਹੀਂ ਬਦਲ ਸਕਦੀ। ਫਿਰ ਹੁੰਦਾ ਕੀ ਹੈ? ਗ੍ਰਹਿ ਅੰਧਕੂਪ ਪਤਿਤ ਪ੍ਰਾਣੀ ਨਰਕ ਘੋਰ ਗੋਬਾਰ। ਘੋਰ ਨਰਕ ਦੇ ਵਿੱਚ ਚਲਿਆ ਜਾਂਦਾ ਬੰਦਾ। ਨਰਕ, ਸਵਰਗ ਤੇ ਨਰਕ ਦੇ ਪ੍ਰਥਾਏ ਸਾਨੂੰ ਧਾਰਮਿਕ ਲੋਕਾਂ ਨੇ ਕਿਹਾ ਕਿ ਮਰਨ ਤੋਂ ਬਾਅਦ ਕੋਈ ਸਵਰਗ ਹੈ, ਮਰਨ ਤੋਂ ਬਾਅਦ ਕੋਈ ਨਰਕ ਹੈ। ਜਿਹੜੇ ਮਰ ਗਏ ਉਹ ਤੇ ਵਾਪਸ ਨਹੀਂ ਆਏ। ਸਾਨੂੰ ਕਿੱਦਾਂ ਪਤਾ ਲੱਗਿਆ ਨਰਕ ਹੈਗਾ ਕੋਈ? ਜਿਹੜੇ ਅੱਜ ਤੱਕ ਚਲੇ ਗਏ ਸਾਡੇ ਬਜ਼ੁਰਗ ਵੱਡੇ ਵਡੇਰੇ, ਕੋ ਮੁੜ ਕੇ ਤਾਂ ਆਇਆ ਨਹੀਂ ਹੈ ਉੱਥੋਂ। ਜਿਨੇ ਸਵਰਗ ਦੇਖਿਆ ਹੋਏ, ਨਰਕ ਦੇਖੇ, ਸਾਨੂੰ ਕਿਵੇਂ ਪਤਾ ਕਿ ਉੱਥੇ ਨਰਕ ਸਵਰਗ ਹੈ? ਅਸੀਂ ਜਾ ਨਹੀਂ ਸਕਦੇ, ਜੇ ਚਲੇ ਗਏ ਤੇ ਆਇਆ ਸਾਡੇ ਕੋਲ ਵੀ ਨਹੀਂ ਜਾਣਾ। ਫਿਰ ਉਹ ਕਿਹੜਾ ਟੈਲੀਫੋਨ ਜਿੱਥੋਂ ਦੱਸਦੇ ਕਿ ਇੱਥੇ ਨਰਕ 'ਚ ਬੈਠੇ ਸੀ, ਸਵਰਗ 'ਚ ਬੈਠੇ ਆ ਜੀ? ਇਹ ਸਿਰਫ ਇੱਕ ਅਸਲੀ ਨਰਕ ਅਰਥ ਦੇ ਸਵਰਗ ਅਰਥ ਨਾ ਸਮਝ ਕੇ ਮਨੁੱਖ ਨੂੰ ਧਾਰਮਿਕ ਲੋਕਾਂ ਨੇ ਗੁੰਮਰਾਹ ਕਰਤਾ ਕਿ ਮਰਨ ਤੋਂ ਬਾਅਦ ਕੋ ਸਵਰਗ ਹੈ, ਮਰਨ ਤੋਂ ਬਾਅਦ ਕੋ ਨਰਕ ਹੈ। ਸਵਰਗ ਦਾ ਅਰਥ ਹੈ ਸਵੈ ਅਰਗ। ਸਵੈ ਮੈਨਾ ਆਪਣੀ ਸੋਚ ਪੂਰੀ ਹੁੰਦੀ ਜਾਏ। ਸਵਰਗ ਦਾ ਅਰਥ ਹੈ ਜੋ ਤੁਸੀਂ ਚਾਹੋ ਉਹ ਤੁਹਾਨੂੰ ਮਿਲਦਾ ਜਾਏ। ਸਵਰਗ ਜੋ ਤੁਸੀਂ ਚਾਹੋ ਤੁਹਾਨੂੰ ਮਿਲਦਾ ਜਾਏ। ਨਰਕ ਦਾ ਅਰਥ ਹੈ ਕਿ ਜੋ ਤੁਸੀਂ ਚਾਹੋ ਨਾ ਮਿਲੇ ਦੁਖੀ ਹੋ ਜਾਓ ਤੁਸੀਂ। ਉਹ ਨਰਕ ਤੇ ਸਵਰਗ ਤੁਹਾਡੇ ਅੰਦਰ ਹੈ, ਤੁਹਾਡੀ ਸੋਚ ਕਰਕੇ ਹੈ, ਉਹ ਮਰਨ ਤੋਂ ਬਾਅਦ ਨਹੀਂ ਹੈ। ਦੇਖੋ ਨਾ, ਹੁਣ ਅਸੀਂ ਚਿੰਤਾ 'ਚ ਸੜ ਰਹੇ ਹਾਂ, ਹੁਣ ਅਸੀਂ ਦੁੱਖਾਂ 'ਚ ਸੜ ਰਹੇ। ਮਰਨ ਤੋਂ ਬਾਅਦ ਸਵਰਗ ਨੂੰ ਕਰਨਾ ਹੀ ਕੀ ਆਪਾਂ? ਜੇ ਹੁਣ ਦੁਖੀ ਹਾਂ ਤਾਂ ਲੋੜ ਤੇ ਹੁਣ ਹੈ ਨਾ ਸਾਨੂੰ। ਬੰਦਾ ਡੁੱਬ ਗਿਆ, ਉਦੋਂ ਬਾਅਦ ਮਰ ਗਿਆ, ਬੇੜੀ ਲੈ ਆਓ ਜੀ। ਹੁਣ ਬੇੜੀ ਦਾ ਖਿਰਤ ਮਰੀ ਗਿਆ ਜਿਹੜਾ ਬੰਦਾ। ਜਿਉਂਦੇ ਜੀ ਅਸੀਂ ਦੁਖੀ, ਜਿਉਂਦੇ ਜੀ ਅਸੀਂ ਚਿੰਤਾ 'ਚ। ਕੋਈ ਕਿ ਮਰਨ ਤੋਂ ਬਾਅਦ ਤੁਹਾਨੂੰ ਸਵਰਗ ਮਿਲੇਗਾ, ਅਸੀਂ ਉਹ ਸਵਰਗ ਕੀ ਕਰਨਾ? ਸਾਨੂੰ ਤੇ ਹੁਣ ਸਵਰਗ ਚਾਹੀਦਾ, ਜ਼ਿੰਦਗੀ ਹੁਣ ਹੈ। ਮੋਏ ਹੋਏ ਜੋ ਮੁਕਤੇ ਕੋ ਮੁਕਤ ਨਾ ਜਾਣੇ ਕੋਏ ਲਾ। ਗੁਰਬਾਣੀ ਕਹਿੰਦੀ ਮਰਨ ਤੋਂ ਬਾਅਦ ਰੱਬ ਜੀ ਤੁਹਾਡੀ ਮੁਕਤੀ ਸਾਨੂੰ ਨਹੀਂ ਚਾਹੀਦੀ, ਮੁਕਤੀ ਤੇ ਹੁਣ ਚਾਹੀਦੀ ਹੈ। ਮੁਕਤੀ ਦਾ ਅਰਥ ਹੈ ਸੁਤੰਤਰਤਾ, ਮੁਕਤੀ ਦਾ ਅਰਥ ਹੈ ਆਜ਼ਾਦੀ, ਮੁਕਤੀ ਦਾ ਅਰਥ ਹੈ ਦੁੱਖਾਂ ਤੋਂ ਚਿੰਤਾ ਤੋਂ ਰਹਿਤ ਜ਼ਿੰਦਗੀ। ਉਹ ਤੇ ਹੁਣ ਚਾਹੀਦੀ ਹੈ ਸਾਨੂੰ। ਕੋਈ ਲਾਰਾ ਰਹੇ ਮਰਨ ਤੋਂ ਬਾਅਦ ਮੁਕਤੀ ਮਿਲੇਗੀ, ਮਰਨ ਤੋਂ ਬਾਅਦ ਸਵਰਗ ਮਿਲੇਗਾ। ਗੁਰਬਾਣੀ ਇਸ ਗੱਲ ਨੂੰ ਨਹੀਂ ਬਣਦੀ। ਗੁਰਬਾਣੀ ਕਹਿੰਦੀ ਕੰਵਰ ਸੁਰੱਖਿਆ ਨਰਕ ਵਿਚਾਰਾ ਸੰਤਨ ਦੋ ਰਾਧੇ। ਸਵਰਗ ਵਿਚਾਰਾ ਚੀਜ਼ ਹੀ ਕੀ ਜਿਹਦਾ ਲਾਰਾ ਲਾਉਂਦੇ? ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ, ਕਿਸੇ ਨਰਕ ਦੀ ਪਰਵਾਹ ਨਹੀਂ ਹੈ। ਉਹ ਨਰਕ ਸਵਰਗ ਹੁਣ ਆਪਣੇ ਅੰਦਰੋਂ ਅਸੀਂ ਲੱਭਣਾ ਕਿ ਹੈ ਕੀ ਹੈ। ਤੁਹਾਡੀ ਸੋਚ ਵਿੱਚ ਹੀ ਨਰਕ ਹੈ, ਤੁਹਾਡੀ ਸੋਚ ਵਿੱਚ ਹੀ ਸਵਰਗ ਹੈ। ਜੇ ਤੁਹਾਡੀ ਸੋਚ ਜਿਹੜੀ ਈਰਖਾ ਵਾਲੀ ਹੈ, ਹੰਕਾਰ ਵਾਲੀ ਹੈ, ਚਿੰਤਾ ਵਾਲੀ ਹੈ, ਫਿਰ ਤੁਹਾਡੇ ਅੰਦਰ ਹੀ ਨਰਕ ਬੈਠਾ ਹੈ। ਬਾਹਰੋਂ ਨਰਕ ਲਿਆਉਣ ਦੀ ਕੀ ਲੋੜ? ਇਹ ਕਿਹਾ ਜਾਂਦਾ ਜੀ ਨਰਕਾਂ ਦੀ ਅੱਗ 'ਚ ਰੱਬ ਸਾੜੇਗਾ। ਇੱਕੋ ਗੱਲ ਕਹੀ ਜਾਂਦੀ, ਨਰਕਾਂ ਦੀ ਅੱਗ। ਤੇ ਜਿਹੜੀ ਅੱਗ ਸਾਡੇ ਅੰਦਰ ਹੋਣ ਬਲਦੀ ਹੈ ਨਾ, ਇਹ ਨਰਕਾਂ ਦੀ ਅੱਗ ਤੋਂ ਜ਼ਿਆਦਾ ਭਿਆਨਕ ਹੈ।
ਸਾਡੇ ਅੰਦਰ ਚਿੰਤਾ ਦੀ ਅੱਗ ਹੈ, ਅੰਦਰੋਂ ਅਸੀਂ ਸੜੀ ਚਲੇ ਜਾਂਦੇ ਹਾਂ। ਈਰਖਾ ਦੀ ਅੱਗ ਹੈ, ਤ੍ਰਿਸ਼ਨਾ ਦੀ ਅੱਗ ਹੈ, ਵਿਕਾਰਾਂ ਦੀ ਅੱਗ ਹੈ। ਹੁਣ ਤੇ ਪਤਾ ਨਹੀਂ ਕਿੰਨੇ ਤਰ੍ਹਾਂ ਦੀ ਅੱਗ ਬਲ ਰਹੀ ਹੈ। ਉਸ ਅੱਗ 'ਚ ਅਸੀਂ ਜਿਉਂਦੇ ਜੀ ਸੜ ਰਹੇ ਹਾਂ। ਉਸ ਅੱਗ ਦਾ ਪਤਾ ਹੀ ਕੋਈ ਨਹੀਂ ਹੈ। ਕਿਹਾ ਗਿਆ ਜੀ ਮਰਨ ਤੋਂ ਬਾਅਦ ਕੋਈ ਅੱਗ ਸਾੜੇਗੀ ਤੁਹਾਨੂੰ। ਜਦੋਂ ਜਿਉਂਦੇ ਜੀ ਸਾਨੂੰ ਮਰਨ ਤੋਂ ਬਾਅਦ ਚਿਖਾ ਸਾੜਤਾ ਤੇ ਉਦੋਂ ਬਾਅਦ ਕਿਹੜੀ ਅੱਗ ਆਉਣੀ ਹੈ ਜੀ? ਫਿਰ ਤੇ ਕੋਈ ਅੱਗ ਨਹੀਂ ਉਦੋਂ ਵੱਡੀ। ਇਸ ਕਰਕੇ ਇਹ ਅਗਿਆਨਤਾ ਚੋਂ ਨਿਕਲੀਆਂ ਗੱਲਾਂ ਨੇ। ਕੋਈ ਮਰਨ ਤੋਂ ਬਾਅਦ ਸਵਰਗ ਹੈ, ਮਰਨ ਤੋਂ ਬਾਅਦ ਨਰਕ ਹੈ। ਗੁਰਬਾਣੀ ਇਹ ਗੱਲ ਕਹਿੰਦੀ, ਜਿਹੜਾ ਬੰਦਾ ਐਸ ਜ਼ਿੰਦਗੀ ਦੇ ਅੰਦਰ ਮੋਹ ਮਾਇਆ ਦੇ ਅੰਨੇ ਖੂਹ 'ਚ ਡਿੱਗ ਪੈਂਦਾ ਹੈ, ਨਰਕ ਘੋਰ ਗੁਬਾਰ, ਉਹ ਤਾਂ ਨਰਕੀ ਜੀਵਨ ਬਤੀਤ ਕਰਦਾ, ਘੋਰ ਹਨੇਰੇ 'ਚ ਵਿਚਰਦਾ ਹੈ। ਨਰਕ ਦਾ ਅਰਥ ਚਿੰਤਾ 'ਚ ਪੈ ਜਾਂਦਾ ਹੈ, ਉਹ ਦੁੱਖਾਂ 'ਚ ਪੈ ਜਾਂਦਾ ਹੈ। ਉਹ ਜ਼ਿੰਦਗੀ ਦੇ ਅੰਦਰ ਸਤਿਗੁਰੂ ਜੀ ਨੇ ਇੱਕ ਬੜੀ ਪਿਆਰੀ ਉਦਾਹਰਨ ਦਿੱਤੀ। ਦੇਖੋ ਦੁਨਿਆਵੀ ਪਦਾਰਥਾਂ ਦੀ ਗੱਲ ਹੈ ਨਾ। ਸਤਿਗੁਰੂ ਜੀ ਕਹਿੰਦੇ ਬਸੰਤ ਸਵਰਗ ਲੋਕਾ ਜਿਤ ਤੇ ਪ੍ਰਿਥਵੀ ਨਵ ਖੰਡਣੇ। ਕੋ ਸਵਰਗ ਵਰਗੇ ਮੁਲਕ ਵਿੱਚ ਰਹਿੰਦਾ ਹੋਏ, ਸਵਰਗ ਵਰਗਾ ਮੁਲਕ। ਸਵਰਗ ਦਾ ਅਰਥ ਜੋ ਚਾਹੋ ਮਿਲੀ ਜਾਏ, ਸਾਰੀਆਂ ਸੁੱਖ ਸਹੂਲਤਾਂ ਹੋਣ। ਹੁਣ ਅਮਰੀਕਾ ਕੈਨੇਡਾ ਚਲ ਜਾਈਏ, ਸਵਰਗ ਵਰਗੇ ਨੇ। ਕਿੰਨੇ ਸਾਫ ਸੁਥਰੇ ਨੇ, ਕਿੰਨੀਆਂ ਸੋਹਣੀਆਂ ਉਹਨਾਂ ਦੇ ਦਰਿਆ ਨੇ, ਕਿੰਨੇ ਸੋਹਣੇ ਉਹਨਾਂ ਦੇ ਪਾਰਕ ਨੇ। ਫਿਰਦੇ ਹੀ ਮਨ ਗਦਗਦ ਹੋ ਜਾਂਦਾ ਸਵੇਰੇ ਸਵੇਰੇ। ਔਰ ਕਿੰਨਾ ਸਾਫ ਸਫਾਈ ਹੈ ਉਹਨਾਂ ਮੁਲਕਾਂ 'ਚ, ਔਰ ਕਿੰਨੀਆਂ ਸੁੱਖ ਸਹੂਲਤਾਂ ਬਣਾ ਲਈਆਂ ਨੇ ਉਹਨਾਂ ਲੋਕਾਂ ਨੇ। ਬਸੰਤ ਸਵਰਗ ਲੋਕ ਹੈ। ਸਵਰਗ ਵਰਗੇ ਮੁਲਕਾਂ ਦੇ ਵਿੱਚ ਬੰਦਾ ਵਸਦਾ ਹੋਏ, ਜਿੱਤ ਤੇ ਪ੍ਰਿਥਵੀ ਨਵ ਖੰਡਨ ਹੈ। ਸਾਰੀ ਧਰਤੀ ਨੂੰ ਉਹਨੇ ਜਿੱਤ ਲਿਆ ਹੋਏ, ਸਾਰੀ ਧਰਤੀ ਦੇ ਉੱਪਰ ਜਿੱਤ ਪ੍ਰਾਪਤ ਕਰ ਲਈ ਹੋਏ। ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਣੇ। ਸਤਿਗੁਰੂ ਜੀ ਕਹਿੰਦੇ ਪਰ ਜੇ ਉਹਨੇ ਰੱਬ ਨੂੰ ਹੀ ਭੁਲਾ ਦਿੱਤਾ। ਰੱਬ ਨੂੰ ਭੁਲਾਉਣ ਦਾ ਅਰਥ ਹੈ ਕਿ ਅੰਦਰੋਂ ਇਮਾਨਦਾਰੀ ਖਤਮ ਹੋ ਗਈ, ਅੰਦਰੋਂ ਸੱਚਾਈ ਮੁੱਕ ਗਈ, ਅੰਦਰੋਂ ਪਿਆਰ ਮੁੱਕ ਗਿਆ। ਭਾਵੇਂ ਉਹ ਸਵਰਗ ਵਰਗੇ ਮੁਲਕ 'ਚ ਕਿਉਂ ਨਾ ਰਹਿੰਦਾ ਹੋਏ, ਅੰਦਰ ਉਹਦੇ ਪਿਆਰ ਹੀ ਨਹੀਂ ਹੈ, ਅੰਦਰ ਉਹਦੇ ਸੰਤੋਖ ਹੀ ਨਹੀਂ ਹੈ, ਅੰਦਰ ਉਹਦੇ ਈਰਖਾ ਨਾਲ ਭਰਿਆ ਪਿਆ ਹੈ। ਉਹ ਤੇ ਜੰਗਲ ਵਾਂਗੂ ਹੈ। ਜੰਗਲ 'ਚ ਕੀ ਹੁੰਦਾ? ਜੰਗਲ 'ਚ ਬੰਦਾ ਇਕੱਲਾ ਹੁੰਦਾ, ਡਰਿਆ ਹੁੰਦਾ, ਸਹਿਮਿਆ ਹੁੰਦਾ। ਤੇ ਹੁਣ ਵੀ ਦੇਖੋ ਨਾ, ਸਾਡੇ ਕੋਲ ਵਾਹਿਗੁਰੂ ਦੀ ਕਿਰਪਾ ਨਾਲ ਬੜੇ ਬੜੇ ਸੋਹਣੇ ਘਰ ਨੇ, ਸੋਹਣੀਆਂ ਗੱਡੀਆਂ ਕਾਰਾਂ ਨੇ, ਸੋਹਣੇ ਕੱਪੜੇ ਪਾਉਂਦੇ ਆ, ਸੋਹਣਾ ਖਾਣਾ ਪੀਣਾ ਹੈ, ਸੋਹਣੇ ਸ਼ਹਿਰਾਂ 'ਚ ਰਹਿੰਦੇ ਆਪਾਂ। ਭਾਵੇਂ ਅਮਰੀਕਾ ਵਰਗੇ ਮੁਲਕਾਂ 'ਚ ਵੀ ਜਾ ਕੇ ਦੇਖ ਲਈ, ਬੜੇ ਬੜੇ ਆਲੀਸ਼ਾਨ ਘਰਾਂ 'ਚ ਰਹਿੰਦੇ ਨੇ, ਬੜੇ ਬੜੇ ਸੋਹਣੇ ਉਹਨਾਂ ਦੇ ਘਰ ਨੇ। ਲੇਕਿਨ ਉਹਨਾਂ ਦੀ ਜ਼ਿੰਦਗੀ ਕਿਵੇਂ ਹੈ? ਜਿਵੇਂ ਜੰਗਲ 'ਚ ਰਹਿੰਦੇ। ਹੁਣ ਜੰਗਲ ਦਾ ਅਰਥ ਹੁੰਦਾ ਡਰੇ ਹੋਏ ਰਹਿਣਾ, ਜੰਗਲ ਦਾ ਅਰਥ ਹੈ ਫਿਕਰ 'ਚ ਰਹਿਣਾ, ਚਿੰਤਾ 'ਚ ਰਹਿਣਾ। ਤੇ ਹਰ ਬੰਦਾ ਚਿੰਤਾ 'ਚ ਹੀ ਹੈ। ਘਰ ਵੱਡੇ ਨੇ ਅੰਦਰੋਂ, ਤੇ ਅਸੀਂ ਦੁੱਖਾਂ 'ਚ ਹੀ ਭਰੇ ਪਏ ਹਾਂ। ਘਰ 'ਚ ਬੈਠ ਕੇ ਚਿੰਤਾ ਕੀ ਮੁੱਕ ਜਾਂਦੀ ਹੈ ਸਾਡੀ? ਘਰ 'ਚ ਬੈਠ ਕੇ ਕੀ ਸਾਡੇ ਅੰਦਰ ਈਰਖਾ ਮੁੱਕ ਜਾਂਦੀ ਹੈ ਕੋਈ? ਕੀ ਘਰਾਂ 'ਚ ਲੜਾਈਆਂ ਨਹੀਂ ਹੈ ਸਾਡੇ? ਇਹਦਾ ਮਤਲਬ ਸਤਿਗੁਰੂ ਜੀ ਕਹਿੰਦੇ ਬਿਸਰੰਤ ਹਰ ਗੋਪਾਲੇ ਨਾਨਕ ਤੇ ਪ੍ਰਾਣੀ ਉਦਿਆਨ ਪਰਮਣੇ। ਭਾਵੇਂ ਉਹ ਸਵਰਗ ਵਰਗੇ ਮੁਲਕਾਂ ਵਿੱਚ ਵੀ ਕਿਉਂ ਨਾ ਰਹਿੰਦਾ ਹੋਏ, ਜੇ ਉਹਨੇ ਪ੍ਰਮਾਤਮਾ ਨੂੰ ਭੁਲਾਤਾ, ਭਾਵ ਇਮਾਨਦਾਰੀ, ਸੱਚ, ਸੰਤੋਖ ਨੂੰ ਭੁਲਾ ਦਿੱਤਾ, ਤੇ ਸਮਝੋ ਉਹ ਜੰਗਲਾਂ 'ਚ ਹੀ ਰਹਿ ਰਿਹਾ ਹੈ। ਜੰਗਲਾਂ ਵਰਗਾ ਜੀਵਨ ਹੈ। ਜਿੰਨਾ ਡਰ ਅੱਜ ਸਾਨੂੰ ਵੱਡੇ ਸ਼ਹਿਰਾਂ 'ਚ, ਜੰਗਲਾਂ 'ਚ ਨਹੀਂ ਹੈ। ਕੱਲਿਆਂ ਕਾਰੇ ਬਾਜ਼ਾਰ 'ਚ ਕੋਈ ਧੀ ਭੈਣ ਸਾਡੀ ਜਾਏ, ਗਲੋਂ ਚੈਨੀਆਂ ਲਾ ਕੇ ਖੋਹ ਲੈ ਜਾਂਦੇ ਨੇ। ਜੰਗਲਾਂ 'ਚ ਇੱਦਾਂ ਨਹੀਂ ਹੁੰਦਾ। ਇੱਕ ਕੋਈ ਸ਼ਹਿਰ ਨਹੀਂ ਜਾਂ ਸਮਾਜ ਹੈ ਸਾਡਾ ਕੋਈ। ਜੰਗਲਾਂ ਤੋਂ ਭਿਆਨਕ ਜੀਵਨ ਸਾਡਾ ਬਣ ਗਿਆ। ਘਰਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ, ਆਪਸੀ ਪਿਆਰ ਲੱਭਣਾ ਬੜਾ ਦੁਰਲੱਭ ਹੋ ਗਿਆ। ਪਰਿਵਾਰਕ ਸਾਂਝ ਲੱਭਣੀ ਉਹ ਬੜੀ ਔਖੀ ਜਿਹੀ ਹੋਈ ਚਲੀ ਜਾਂਦੀ ਹੈ, ਦੁਰਲੱਭ ਹੋਈ ਚਲੀ ਜਾਂਦੀ ਹੈ। ਸਤਿਗੁਰੂ ਜੀ ਨੇ ਅੱਗੇ ਫਿਰ ਗੱਲ ਕੀ, ਕੌਤਕ ਕੋਟ ਤਮਾਸਿਆ ਚਿਤ ਨ ਆਵ ਸੁਨਾਓ। ਮਨੁੱਖ ਦੇ ਕੋਲ ਕਰੋੜਾਂ ਮਨੋਰੰਜਨ ਦੇ ਸਾਧਨ ਹੋਣ। ਕੋੜ ਤਮਾਸੇ ਦਾ ਅਰਥ ਮਨੋਰੰਜਨ ਦੇ ਸਾਧਨ ਹੋਣ, ਪਰ ਚਿਤ ਨ ਆਵ ਸੁਨਾਓ, ਕਦੀ ਉਹਨੂੰ ਰੱਬ ਚੇਤੇ ਹੀ ਨਾ ਆਏ। ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਂ। ਸਤਿਗੁਰੂ ਜੀ ਕਹਿੰਦੇ ਭਾਵੇਂ ਸਵਰਗ ਵਰਗਾ ਮੁਲਕ ਹੋਵੇ, ਸਾਰੀ ਧਰਤੀ ਦਾ ਜੇਤੂ ਹੋਵੇ, ਕਰੋੜਾਂ ਉਹਦੇ ਕੋਲ ਮਨੋਰੰਜਨ ਦੇ ਸਾਧਨ ਹੋਣ, ਸੁੱਖ ਸਹੂਲਤਾਂ ਹੋਣ, ਪਰ ਉਹ ਮਨੁੱਖ ਘੋਰ ਨਰਕਾਂ ਦਾ ਵਾਸੀ ਹੈ। ਭਾਵ ਉਹਦੇ ਅੰਦਰ ਚਿੰਤਾ ਹੈ, ਫਿਕਰ ਹੈ, ਦੁੱਖ ਹੈ, ਡਰ ਹੈ। ਨਰਕ ਦਾ ਅਰਥ ਹੈ ਡਰ ਵਿੱਚ ਰਹਿਣਾ, ਨਰਕ ਦਾ ਅਰਥ ਹੈ ਚਿੰਤਾ ਵਿੱਚ ਰਹਿਣਾ, ਨਰਕ ਦਾ ਅਰਥ ਹੈ ਅੰਦਰੋਂ ਸਹਿਮੇ ਹੋਏ ਰਹਿਣਾ। ਕਿਉਂ ਤੇ ਆਪਾਂ ਹੈ ਹੀ ਆ, ਨਰਕ ਜਾਣ ਦੀ ਕੀ ਲੋੜ ਹੈ? ਇੱਥੇ ਬਣਿਆ ਪਿਆ ਸਾਡੀ ਜ਼ਿੰਦਗੀ 'ਚ ਨਰਕ। ਕੀ ਆਪਾਂ ਅੰਦਰੋਂ ਹਰ ਵੇਲੇ ਡਰੇ ਨਹੀਂ ਰਹਿੰਦੇ? ਪਤਾ ਨਹੀਂ ਕੀ ਬਣ ਜਾਣਾ ਹੈ, ਕਿਹੜੇ ਵੇਲੇ ਕੀ ਹੋ ਜਾਣਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਜਿਸ ਮਨੁੱਖ ਨੇ ਪ੍ਰਮਾਤਮਾ ਨੂੰ ਭੁਲਾ ਦਿੱਤਾ, ਕੇਵਲ ਦੁਨਿਆਵੀ ਪਦਾਰਥਾਂ ਦੇ ਰਾਹੀਂ ਹੀ ਸੁੱਖ ਮੰਨਣਾ ਚਾਹੁੰਦਾ ਹੈ, ਉਹ ਮਾਇਆ ਦੇ ਅੰਨੇ ਖੂਹ 'ਚ ਡਿੱਗ ਪੈਂਦਾ। ਤੇ ਫਿਰ ਕੀ ਹੁੰਦਾ ਹੈ? ਭਾਵ ਮਾਇਆ ਦੀ ਮਮਤਾ 'ਚ ਜਕੜਿਆ ਜਾਂਦਾ ਹੈ। ਉਹਦੀ ਸੋਚ ਸੰਕੀਰਣ ਹੋ ਜਾਂਦੀ ਹੈ। ਉਹ ਨੈਰੋ ਮਾਈਂਡਡ ਇੰਨਾ ਹੋ ਜਾਂਦਾ ਹੈ ਕਿ ਉਹਨੂੰ ਆਪਣੇ ਤੋਂ ਬਿਨਾਂ ਕੁਝ ਨਹੀਂ ਸੋਚਦਾ। ਦੂਜਿਆਂ ਦਾ ਸੁੱਖ ਦੇਖ ਕੇ ਵੀ ਉਹ ਸੜੀ ਜਾਏਗਾ, ਦੂਜਿਆਂ ਦੀ ਉਹ ਵੱਡਾ ਘਰ ਦੇਖ ਕੇ ਵੀ ਉਹਦੇ ਅੰਦਰ ਈਰਖਾ ਪੈਦਾ ਹੋ ਜਾਏਗੀ। ਤੇ ਸਤਿਗੁਰੂ ਜੀ ਕਹਿੰਦੇ ਹੁੰਦਾ ਕੀ ਹੈ?
ਫਿਰ ਉਹ ਨਰਕ ਘੋਰ ਗੁਬਾਰ ਇਸ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਦਾ ਜਿਵੇਂ ਨਰਕਾਂ ਦੇ ਵਿੱਚ ਰਹਿੰਦਾ ਹੋਵੇ, ਭਾਵ ਅੰਦਰੋਂ ਦੁਖੀ ਰਹਿੰਦਾ ਹੈ, ਅੰਦਰੋਂ ਉਹ ਪਰੇਸ਼ਾਨ ਰਹਿੰਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਅਨਕ ਜੋਨੀ ਭ੍ਰਮਤ ਹਾਰਿਓ ਭ੍ਰਮਤ ਬਾਰੰਬਾਰ, ਅਨੇਕਾਂ ਜੂਨਾਂ 'ਚ ਭਟਕਦਾ। ਇਸ ਜ਼ਿੰਦਗੀ ਤੋਂ ਪਹਿਲਾਂ ਅਸੀਂ ਕੀ ਸਾਂ ਇਹ ਤੇ ਪ੍ਰਮਾਤਮਾ ਜਾਣਦਾ, ਸਾਨੂੰ ਨਹੀਂ ਪਤਾ ਅਸੀਂ ਕੀ ਸਾਂ। ਸਾਡੇ ਆਲੇ ਦੁਆਲੇ ਬੇਅੰਤ ਜੂਨੀਆਂ ਨੇ, ਤੇ ਗੁਰਬਾਣੀ ਕਹਿੰਦੀ ਸਾਡੀ ਸੁਰਤ ਕਈ ਜੂਨੀਆਂ 'ਚੋਂ ਗੁਜ਼ਰ ਕੇ ਆਈ ਹੈ। ਇਸ ਜ਼ਿੰਦਗੀ ਤੋਂ ਪਹਿਲਾਂ ਕੀ ਸਾਂ ਤੇ ਵਾਹਿਗੁਰੂ ਜਾਣਦਾ, ਇਸ ਜ਼ਿੰਦਗੀ ਤੋਂ ਬਾਅਦ ਕੀ ਬਣਨਾ ਇਹ ਵੀ ਪ੍ਰਮਾਤਮਾ ਜਾਣਦਾ। ਲੇਕਿਨ ਐਸੇ ਜ਼ਿੰਦਗੀ ਦੇ ਅੰਦਰ ਅਸੀਂ ਕਦੀ ਲੋਭ ਦੇ ਢਹਿ ਚੜ੍ਹ ਕੇ ਕੁੱਤੇ ਵਾਂਗੂ ਤੁਰੇ ਫਿਰਦੇ। ਲੋਭ ਕੁੱਤੇ ਦੀ ਨਹੀਂ, ਲੱਭ ਕੁੱਤਾ। ਦੁਆਰੇ ਦੁਆਰ ਸਵਾਨ ਜਿਉਂ ਡੋਲ, ਸਵਾਨ ਦਾ ਅਰਥ ਕੁੱਤਾ। ਅਸੀਂ ਲੋਭ ਦੀ ਖਾਤਰ ਇੱਧਰ ਉੱਧਰ ਭਟਕਦੇ ਹਾਂ, ਕੁੱਤੇ ਦੀ ਜੂਨ 'ਚ ਪੈ ਜਾਂਦੇ ਹਾਂ। ਕਦੀ ਅਸੀਂ ਸੱਪ ਦੀ ਜੂਨ 'ਚ, ਮਾਇਆ ਦਾ ਮੋਹ ਆ ਗਿਆ, ਸੱਪ ਦੀ ਜੂਨ 'ਚ ਤੁਰੇ ਫਿਰਦੇ। ਸੁਰਤ ਨੇ ਜੂਨ ਵਿੱਚ ਜਾਣਾ, ਸਰੀਰ ਤਾਂ ਇੱਥੇ ਸੜ ਜਾਂਦਾ, ਸਰੀਰ ਨਹੀਂ ਜਾਂਦਾ ਨਾਲ। ਉਹ ਜਿਹੜੀ ਸਾਡੀ ਸੁਰਤ ਹੈ, ਸਾਡਾ ਮਨ ਹੈ ਨਾ, ਉਹ ਜੂਨਾਂ ਦੇ ਵਿੱਚ ਭਟਕਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਜਦੋਂ ਮਨੁੱਖ ਪਰਮਾਤਮਾ ਨੂੰ ਭੁਲਾਉਂਦਾ ਹੈ, ਮਾਇਆ ਦੇ ਅੰਨੇ ਖੂਹ ਵਿੱਚ ਡਿੱਗਦਾ ਹੈ, ਨਰਕ ਘੋਰ ਗੁਬਾਰ ਦਾ ਵਾਸੀ ਬਣਦਾ ਹੈ, ਫਿਰ ਅਨਕ ਜੋਨੀ ਭ੍ਰਮਤ ਹਾਰਿਓ ਭ੍ਰਮਤ ਬਾਰੰਬਾਰ, ਅਨੇਕਾਂ ਜੂਨਾਂ ਜਨਮਾਂ 'ਚ ਉਹ ਭਰਮਦਾ ਹੈ, ਵਾਰ-ਵਾਰ ਭਰਮਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਦਿਨ 'ਚ ਪਤਾ ਨਹੀਂ ਕਿੰਨੇ ਸੁਭਾਅ ਸਾਡੇ ਬਦਲਦੇ ਨੇ, ਕਿੰਨੀ ਵਾਰੀ ਸਾਡੇ ਫੁਰਨੇ ਬਦਲਦੇ ਨੇ ਸਾਡੇ ਦਿਨ ਦੇ ਵਿੱਚ। ਕਦੀ ਸਾਡੇ ਅੰਦਰ ਬੜਾ ਪਿਆਰ ਭਰ ਜਾਂਦਾ ਹੈ, ਕਦੀ ਅੰਦਰੋਂ ਬੜੀ ਈਰਖਾ ਜਾਗ ਪੈਂਦੀ ਹੈ, ਕਦੀ ਬੜੇ ਪ੍ਰਸੰਨ ਹੁੰਦੇ ਹਾਂ, ਕਦੀ ਬੜੇ ਅਸੀਂ ਖੁਸ਼ ਹੁੰਦੇ ਹਾਂ, ਕਦੀ ਬੜੇ ਦੁਖੀ ਹੋ ਜਾਂਦੇ ਹਾਂ, ਕਦੀ ਅਸੀਂ ਬੜੇ ਦਿਆਲੂ ਜਿਹੇ ਹੋ ਜਾਂਦੇ ਹਾਂ, ਕਦੀ ਅਸੀਂ ਬੜੇ ਕੰਜੂਸ ਜਿਹੇ ਹੋ ਜਾਂਦੇ। ਦਿਨ 'ਚ ਹੀ ਸਾਡੇ ਉਤਰਾਅ ਚੜਾਏ ਹੁੰਦੇ ਰਹਿੰਦੇ ਨੇ। ਸਤਿਗੁਰੂ ਜੀ ਕਹਿੰਦੇ ਬਾਰੰਬਾਰ ਸਾਡਾ ਮਨ ਭਟਕਦਾ ਹੈ। ਇਹਦੇ ਭਟਕਣ ਦਾ ਕਾਰਨ ਹੈ ਕਿ ਅੰਦਰੋਂ ਅਸੀਂ ਪ੍ਰਮਾਤਮਾ ਨਾਲੋਂ ਜੋ ਸਾਡਾ ਅਸਲੀ ਸੁਭਾਅ ਹੈ, ਸਾਡਾ ਅਸਲੀ ਸੁਭਾਅ ਜਿਹੜਾ ਹੈ ਉਹ ਇਹ ਨਹੀਂ ਹੈ ਜੋ ਹੁਣ ਅਸੀਂ ਜੀਉ ਰਹੇ ਹਾਂ, ਇਹ ਪ੍ਰਭਾਵ ਹੈ। ਇੱਕ ਹੁੰਦਾ ਪ੍ਰਭਾਵ, ਇੱਕ ਹੁੰਦਾ ਸੁਭਾਅ। ਸਾਡਾ ਅਸਲੀ ਸੁਭਾਅ ਕੀ ਸੀ? ਜਦੋਂ ਅਸੀਂ ਜਨਮੇ ਸਾਂ ਉਦੋਂ ਜੋ ਸੁਭਾਅ ਸੀ ਸਾਡਾ। ਬੱਚਾ ਛੋਟਾ ਜਿਹਾ ਹੋਏ ਨਾ, ਅਸੀਂ ਕਹਿੰਦੇ ਤੇ ਰੱਬ ਹੀ ਹੈ, ਬੱਚਾ ਰੱਬ ਹੁੰਦਾ ਜੀ, ਰੱਬ ਵਰਗਾ ਹੁੰਦਾ। ਰੱਬ ਵਰਗੇ ਦਾ ਅਰਥ ਕਿ ਉਹਦੇ ਅੰਦਰ ਪਿਆਰ ਹੁੰਦਾ, ਉਹਦੇ ਅੰਦਰ ਲਾਲਚ ਨਹੀਂ ਹੁੰਦਾ, ਈਰਖਾ ਨਹੀਂ ਹੁੰਦੀ, ਵੈਰ ਨਹੀਂ ਹੁੰਦਾ, ਹੰਕਾਰ ਨਹੀਂ ਹੁੰਦਾ, ਕੋਈ ਕਿਸੇ ਤਰ੍ਹਾਂ ਦੀ ਤ੍ਰਿਸ਼ਨਾ ਨਹੀਂ ਹੁੰਦੀ। ਅੰਦਰੋਂ ਸੰਤੋਖ ਹੁੰਦਾ, ਅੰਦਰ ਸਹਿਜ ਹੁੰਦਾ, ਅੰਦਰ ਪਿਆਰ ਹੁੰਦਾ, ਅੰਦਰ ਉਹਦੀ ਨਿਰਮਾਣਤਾ ਹੁੰਦੀ ਹੈ। ਇਹ ਹੈ ਰੱਬ ਦਾ ਰੂਪ। ਜੇਕਰ ਜਦੋਂ ਅਸੀਂ ਸਿਆਣੇ ਹੋਏ, ਸਾਡੇ ਤੇ ਆਲੇ ਦੁਆਲੇ ਦਾ ਪ੍ਰਭਾਵ ਪਿਆ, ਪਰਿਵਾਰ ਦਾ, ਸਮਾਜ ਦਾ, ਦੁਨੀਆਦਾਰੀ ਦਾ, ਮੋਹ ਮਾਇਆ ਦਾ, ਫਿਰ ਸਾਡੇ ਅੰਦਰ ਈਰਖਾ ਵੀ ਆ ਗਈ, ਮੱਥੇ ਤੇ ਤਿਉੜੀਆਂ ਪੈਣੀਆਂ ਸ਼ੁਰੂ ਹੋ ਗਈਆਂ, ਖਿੱਚਣਾ ਸ਼ੁਰੂ ਕਰਤਾ, ਲੜਨਾ ਸ਼ੁਰੂ ਕਰਤਾ ਅਸੀਂ ਮਾਂ ਪਿਓ ਦੇ ਨਾਲ। ਇਹ ਪ੍ਰਭਾਵ ਪੈ ਗਿਆ। ਹੁਣ ਸਾਡੇ ਤੇ ਜੋ ਹੈ ਪ੍ਰਭਾਵ ਹੈ, ਇਹ ਸਾਡਾ ਸੁਭਾਵ ਨਹੀਂ ਹੈ। ਜਦੋਂ ਅਸੀਂ ਪ੍ਰਮਾਤਮਾ ਦੇ ਪਿਆਰ ਜੁੜਾਂਗੇ, ਜਿਹੜਾ ਕਹਿੰਦੇ ਰੋਜ਼ ਪ੍ਰਮਾਤਮਾ ਨੂੰ ਚੇਤੇ ਕਰਿਆ ਕਰੋ, ਉਹ ਚੇਤੇ ਕਰਨ ਦਾ ਅਰਥ ਹੈ ਕਿ ਜਿਉਂ-ਜਿਉਂ ਪ੍ਰਮਾਤਮਾ ਨੂੰ ਚੇਤੇ ਕਰਾਂਗੇ, ਸਾਡੇ ਅੰਦਰੋਂ ਸਾਡਾ ਅਸਲੀ ਸੁਭਾਅ ਪੈਦਾ ਹੋਏਗਾ। ਅਸਲੀ ਸੁਭਾਅ। ਘਰ ਰੋਜ਼ ਸਾਫ਼ ਕਰਦੇ ਨਾ ਆਪਾਂ, ਕਿਉਂ ਕਰਦੇ ਹਾਂ? ਘਰ ਜਿਹੜਾ ਨਵਾਂ ਬਣਾਇਆ ਉਹਦਾ ਉਹ ਨਵਾਂਪਣ ਕਾਇਮ ਰਹੇ। ਜਦੋਂ ਅਸੀਂ ਸਾਫ਼ ਨਹੀਂ ਕਰਾਂਗੇ, ਮਿੱਟੀ ਪੈ ਪੈ ਕੇ ਉਹ ਪੁਰਾਣਾ ਹੋ ਜਾਏਗਾ, ਅੰਦਰ ਡਸਟ ਆ ਜਾਏਗੀ, ਕੂੜਾ ਕਰਕਟ ਆ ਜਾਏਗਾ, ਕੀੜੇ ਮਕੌੜੇ ਆ ਜਾਣਗੇ, ਬਿਮਾਰੀ ਦਾ ਘਰ ਬਣ ਜਾਏਗਾ। ਰੋਜ਼ ਸਾਫ਼ ਕਰਦੇ ਆਪਾਂ, ਰੋਜ਼ ਕਰਨਾ ਚਾਹੀਦਾ, ਸਾਫ਼ ਸੁਥਰੇ ਰਹਿਣਾ ਚਾਹੀਦਾ। ਮਨ ਨੂੰ ਵੀ ਰੋਜ਼ ਸਾਫ਼ ਕਰਨਾ ਚਾਹੀਦਾ। ਮਨ ਦੇ ਉੱਪਰ ਵੀ ਬੜਾ ਕੂੜਾ ਕਰਕਟ ਪੈਂਦਾ ਰਹਿੰਦਾ, ਡਸਟ ਪੈਂਦੀ ਰਹਿੰਦੀ, ਉਹ ਰੋਜ਼ ਸਾਫ਼ ਹੋਏਗੀ ਜਦੋਂ ਅੱਜ ਰੋਜ਼ ਗੁਰਬਾਣੀ ਪੜਾਂਗੇ। ਰੋਜ਼ ਸਾਫ਼ ਹੋਏਗੀ ਜਦੋਂ ਰੋਜ਼ ਉਹਨੂੰ ਚੰਗੀ ਸੋਚ ਦੇਵਾਂਗੇ, ਚੰਗੀ ਵਿਚਾਰਧਾਰਾ ਦੇਵਾਂਗੇ। ਸਤਿਗੁਰੂ ਜੀ ਕਹਿੰਦੇ ਰੋਜ਼ ਗੁਰਬਾਣੀ ਪੜਨ ਦਾ ਅਰਥ ਹੈ, ਰੋਜ਼ ਪ੍ਰਮਾਤਮਾ ਦੇ ਗੁਣ ਗਾਉਣ ਦਾ ਅਰਥ ਹੈ ਕਿ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਤੇਰੇ ਮਨ ਦੀ ਮੈਲ ਮਿਟ ਜਾਏਗੀ ਜੇ ਰੋਜ਼ ਪ੍ਰਮਾਤਮਾ ਨੂੰ ਚੇਤੇ ਕਰੇਗਾ। ਆਪਾਂ ਕਹਿੰਦੇ ਮਨ ਸਾਫ਼ ਹੋਣਾ ਚਾਹੀਦਾ। ਮਨ ਨੂੰ ਸਾਫ਼ ਕਰਨ ਲਈ ਤੇ ਅਜੇ ਤੱਕ ਕੋਈ ਇਹੋ ਜਿਹੀ ਦਵਾਈ ਨਹੀਂ ਬਣੀ ਕਿ ਖਾ ਲਓ ਤੇ ਮਨ ਸਾਫ਼ ਹੋ ਜਾਏ। ਮਨ ਨੂੰ ਸਾਫ਼, ਮਨ ਕੀ ਚੀਜ਼ ਹੈ? ਪਹਿਲੀ ਗੱਲ ਤੇ ਮਨ ਦਾ ਹੀ ਨਹੀਂ ਪਤਾ ਸਾਨੂੰ। ਮਨ ਕੋਈ ਵਸਤੂ ਥੋੜੀ ਹੈ, ਮਨ ਕੋਈ ਸਥੂਲ ਚੀਜ਼ ਨਹੀਂ। ਮਨ ਕੀ ਹੈ? ਸਾਡੇ ਅੰਦਰ ਜਿਹੜੇ ਵਿਚਾਰ, ਖਿਆਲ, ਫੁਰਨੇ ਪੈਦਾ ਹੁੰਦੇ, ਥਾਟ ਪੈਦਾ ਹੁੰਦੇ, ਇਹ ਮਨ ਹੈ। ਥਾਟ ਪੈਦਾ ਹੁੰਦੇ ਜਿਹੜੇ, ਹੁਣ ਜੋ ਅਸੀਂ ਦੇਖਾਂਗੇ ਉਹੀ ਖਿਆਲ ਪੈਦਾ ਹੋਣੇ ਨੇ, ਜੋ ਸੁਣਾਂਗੇ ਉਹੀ ਸਾਡੇ ਖਿਆਲ ਬਣਨੇ ਨੇ। ਤੇ ਜੇ ਅਸੀਂ ਦੇਖੀਆਂ ਹੀ ਸਾਰਾ ਦਿਨ, ਟੈਲੀਵਿਜ਼ਨ ਹੀ ਦੇਖੀ ਗਏ ਤੇ ਉਹੀ ਖਿਆਲ ਹੋਣੇ ਨੇ, ਸਾਨੂੰ ਸੁਪਨੇ ਵੀ ਉਹੀ ਹੋਣੇ ਨੇ। ਸੋਚ, ਸਾਡਾ ਮਨ ਉਹੋ ਜਿਹਾ ਬਣ ਜਾਣਾ। ਜੋ ਦੇਖਾਂਗੇ, ਜੋ ਪੜਾਂਗੇ, ਜੋ ਸੁਣਾਂਗੇ, ਉਹੋ ਜਿਹਾ ਸਾਡਾ ਮਨ ਬਣ ਜਾਣਾ।
ਤੇ ਜੇ ਅਸੀਂ ਰੋਜ਼ ਪ੍ਰਮਾਤਮਾ ਨੂੰ ਸਵੇਰੇ ਉੱਠ ਕੇ ਯਾਦ ਕਰਾਂਗੇ, ਪ੍ਰਮਾਤਮਾ ਦੀ ਬਾਣੀ ਪੜਾਂਗੇ, ਵਾਹਿਗੁਰੂ ਦੀ ਸਿਫਤ ਸਲਾਹ ਕਰਾਂਗੇ, ਸਾਡੇ ਮਨ ਤੇ ਅਸਰ ਪਏਗਾ, ਸਾਡਾ ਮਨ ਉਹ ਜਿਹਾ ਬਣ ਜਾਏਗਾ। ਜਿਹੜਾ ਮਨ ਕੀ ਮਲ ਜਾਏ ਦਾ ਅਰਥ ਹੈ ਕਿ ਮਨ ਵਿੱਚੋਂ ਆਪ ਭੈੜੀਆਂ ਵਿਚਾਰਾਂ ਖਤਮ ਹੋ ਜਾਣਗੀਆਂ ਜੇ ਪ੍ਰਮਾਤਮਾ ਨੂੰ ਚੇਤੇ ਕਰੋਗੇ, ਅਗਿਆਨਤਾ ਮਿਟ ਜਾਏਗੀ ਮਨ ਵਿੱਚੋਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਜਿਉਂ ਵਾਰ-ਵਾਰ ਪ੍ਰਮਾਤਮਾ ਨੂੰ ਚੇਤੇ ਕਰਾਂਗੇ ਫਿਰ ਤੇ ਸਾਡਾ ਜੀਵਨ, ਸਾਨੂੰ ਸ੍ਰੇਸ਼ਟ ਸੁੱਖ ਮਿਲ ਜਾਏਗਾ। ਸੁੱਖ ਸਾਡੇ ਅੰਦਰ ਹੀ ਹੈ। ਸੁੱਖ ਕਿਸੇ ਮਨੁੱਖ ਨੇ ਨਹੀਂ ਦੇਣਾ, ਰਿਸ਼ਤੇਦਾਰ ਨੇ ਨਹੀਂ ਦੇਣਾ, ਸੁੱਖ ਕਿਸੇ ਪਦਾਰਥ ਨੇ ਨਹੀਂ ਦੇਣਾ, ਸੁੱਖ ਕਿਸੇ ਵਸਤੂ ਨੇ ਜਾਂ ਰੁਤਬੇ ਨੇ ਨਹੀਂ ਦੇਣਾ। ਸੁੱਖ ਤਾਂ ਸਾਡੇ ਅੰਦਰ ਦੀ ਇੱਕ ਫੀਲਿੰਗ ਹੈ, ਸਾਡੇ ਅੰਦਰ ਦਾ ਇੱਕ ਲੈਵਲ ਹੈ, ਉਹ ਅੰਦਰੋਂ ਪੈਦਾ ਹੋਣਾ, ਬਾਹਰੋਂ ਨਹੀਂ ਪੈਦਾ ਹੋਣਾ। ਦੁੱਖ ਵੀ ਸਾਡੇ ਅੰਦਰ ਦਾ। ਦੇਖੋ ਨਾ, ਜਿਹੜੀ ਚੀਜ਼ ਸਾਨੂੰ ਮਾੜੀ ਲੱਗਦੀ ਸਾਡੇ ਦੂਜੇ ਬੰਦੇ ਨੂੰ ਚੰਗੀ ਲੱਗਦੀ ਹੈ। ਜਿਸ ਚੀਜ਼ ਨੂੰ ਦੇਖ ਕੇ ਅਸੀਂ ਦੁਖੀ ਆ, ਦੂਜਾ ਬੜਾ ਖੁਸ਼ ਹੋ ਰਿਹਾ। ਇੱਕੋ ਹੀ ਚੀਜ਼ ਵਾਪਰਦੀ ਹੈ ਨਾ, ਮੀਂਹ ਪੈ ਜਾਏ ਤੇ ਮੀਂਹ ਪੈਣ ਤੇ ਜ਼ਮੀਂਦਾਰ ਬੜਾ ਖੁਸ਼ ਹੈ, ਉਹਦੀ ਜਿਹੜੀ ਫਸਲ ਜਿਹੜੀ ਹੈ ਉਹਨੂੰ ਮੀਂਹ ਪਿਆ, ਖੁਸ਼ ਹੋ ਗਿਆ। ਹੁਣ ਦੂਜੇ ਬੰਨੇ ਕਈ ਮੀਂਹ ਪੈਣ ਤੇ ਦੁਖੀ ਬੜੇ ਹੋ ਜਾਂਦੇ, ਸਾਡੇ ਤੇ ਕਾਰੋਬਾਰੀ ਖਰਾਬ ਹੋ ਗਿਆ, ਠੱਪ ਹੋ ਗਿਆ ਸਭ ਕੁਝ। ਇਹ ਸੁੱਖ ਤੁਹਾਡੀ ਸੁਰਤ ਵਿੱਚ ਹੈ, ਇਹ ਬਾਹਰਲੀਆਂ ਚੀਜ਼ਾਂ 'ਚ ਨਹੀਂ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜ਼ਿੰਦਗੀ ਦੇ ਅੰਦਰ ਜਦੋਂ ਅਸੀਂ ਪਰਮਾਤਮਾ ਨਾਲ ਟੁੱਟੇ, ਮਾਇਆ ਦੇ ਅੰਨੇ ਖੂਚ ਡਿੱਗ ਪਏ, ਵਾਰੰਵਾਰ ਭਰਮਦੇ ਭਟਕਦੇ ਰਹੇ, ਇਹਦੇ ਵਿੱਚੋਂ ਨਿਕਲਣ ਦਾ ਇੱਕ ਸਾਧਨ ਹੈ ਕਿ ਪਤਤ ਪਾਵਨ ਭਗਤ ਬਖਸ਼ਲ ਦੀਨ ਕਿਰਪਾ ਧਾਰ। ਪਤਤ ਪਾਵਨ, ਪਤਤ ਦਾ ਅਰਥ ਹੁੰਦਾ ਡਿੱਗਿਆ ਹੋਇਆ। ਜਿਵੇਂ ਕੋਈ ਚਿੱਕੜ ਦੇ ਟੋਏ 'ਚ ਨਹੀਂ ਡਿੱਗ ਜਾਂਦਾ, ਲਿਬੜ ਜਾਂਦਾ। ਪਤਤ ਮੇਣਾ ਡਿੱਗਿਆ ਹੋਇਆ। ਅਸੀਂ ਕਹਿੰਦੇ ਪਤਤ ਹੋ ਗਿਆ। ਪਤਤ ਹੋ ਗਿਆ ਦਾ ਅਰਥ ਹੁੰਦਾ ਆਚਾਰ ਤੋਂ ਡਿੱਗ ਪਿਆ, ਉਹ ਕਰੈਕਟਰ ਤੋਂ ਡਿੱਗ ਪਿਆ, ਉਹਦਾ ਕਿਰਦਾਰ ਨੀਵਾਂ ਹੋ ਗਿਆ। ਪਤਤ ਮੇਣਾ ਡਿੱਗਿਆ ਹੋਇਆ, ਜਿਹਦਾ ਲੈਵਲ ਪੱਧਰ ਡਿੱਗ ਗਏ। ਪਤਤ ਪਾਵਨ, ਜਿਹੜੇ ਪ੍ਰਮਾਤਮਾ ਜਿਹੜਾ ਨਾ ਉਹ ਪਤਤ ਪਾਵਨ ਹੈ, ਉਹ ਪਤਤਾਂ ਨੂੰ ਪਵਿੱਤਰ ਕਰਨ ਵਾਲਾ ਹੈ। ਜਿਹੜੇ ਆਚਾਰ ਤੋਂ ਡਿੱਗ ਕੇ ਵਿਕਾਰਾਂ ਵਿੱਚ ਐਨ ਲਿਬੜ ਗਏ, ਚਿੱਕੜ ਵਿੱਚ ਡੁੱਬ ਗਏ, ਬੁਰਾਈਆਂ 'ਚ ਖੁੱਭ ਗਏ, ਪਰਮਾਤਮਾ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ। ਪਤਤ ਪਾਵਨ, ਉਹਦਾ ਰੱਖ ਦਿੱਤਾ ਨਾਮ ਪਤਤ ਪਾਵਨ। ਭਗਤ ਵਸ਼ਲ, ਭਗਤ ਦੇ ਤੱਤੇ ਨੂੰ ਸਿਆਰੀ ਦਾ ਮਤਲਬ ਭਗਤੀ। ਵਾਹਿਗੁਰੂ ਜਿਹੜਾ ਹੈ ਵਸ਼ਲ ਦਾ ਅਰਥ ਹੈ ਪਿਆਰ ਕਰਨ ਵਾਲਾ, ਉਹ ਭਗਤਾਂ ਨੂੰ ਪਿਆਰ ਕਰਨ ਵਾਲਾ ਹੈ। ਭਾਵ ਜਿਹੜੇ ਰੱਬ ਦੇ, ਇਵੇਂ ਕਹਿ ਲਓ ਜਿਹੜੇ ਚੰਗੇ ਕੰਮ ਕਰਨ ਵਾਲੇ, ਪ੍ਰਮਾਤਮਾ ਉਹਨਾਂ ਨੂੰ ਪਿਆਰ ਕਰਦਾ। ਗੁਰਬਾਣੀ ਦਾ ਇੱਕ ਬਚਨ ਕਿ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਅਸੀਂ ਚੰਗੇ ਕੰਮ ਕਰੀਏ ਨਾ ਤੇ ਦੁਨੀਆ ਵੀ ਸਾਨੂੰ ਚੰਗਾ ਕਹਿੰਦੀ, ਸਮਾਜ ਵੀ ਸਾਨੂੰ ਚੰਗਾ ਕਹਿੰਦਾ, ਤੇ ਪਰਮਾਤਮਾ ਨੂੰ ਉਹੀ ਲੋਕ ਚੰਗੇ ਲੱਗਦੇ ਜਿਹੜੇ ਚੰਗੇ ਕੰਮ ਕਰਨ। ਇਸ ਧਰਤੀ ਤੇ ਚੰਗੇ ਲੋਕਾਂ ਦੀ ਲੋੜ ਹੈ, ਪਰਮਾਤਮਾ ਨੂੰ ਚੰਗੇ ਲੋਕਾਂ ਦੀ ਲੋੜ ਹੈ। ਪਰਮਾਤਮਾ ਨੇ ਉੱਥੇ ਬੁਲਾ ਕੇ ਨਹੀਂ ਚੰਗੇ ਕੰਮ ਕਰਾਉਣੇ, ਪਰਮਾਤਮਾ ਨੂੰ ਧਰਤੀ ਤੇ ਚੰਗੇ ਕੰਮਾਂ ਦੀ ਲੋੜ ਹੈ, ਚੰਗੇ ਲੋਕਾਂ ਦੀ ਲੋੜ ਹੈ। ਪਰਮਾਤਮਾ ਭਗਤ ਵਸ਼ਲ, ਜਿਹੜੇ ਭਗਤੀ ਦਾ ਅਰਥ ਘਰ ਛੱਡਣਾ ਨਹੀਂ ਹੈ, ਭਗਤੀ ਦਾ ਅਰਥ ਕੰਮਕਾਰ ਛੱਡਣਾ ਨਹੀਂ ਹੈ। ਭਗਤ ਵਸ਼ਲ ਦਾ ਅਰਥ ਹੈ ਕਿ ਰੱਬ ਦੇ ਪਿਆਰ ਵਿੱਚ ਜੁੜ ਕੇ ਰੱਬੀ ਗੁਣ ਗ੍ਰਹਿਣ ਕਰ ਲੈਣੇ। ਰੱਬ ਮਨੁੱਖਤਾ ਨੂੰ ਪਿਆਰ ਕਰਦਾ ਤੇ ਮਨੁੱਖਤਾ ਨੂੰ ਪਿਆਰ ਕਰਨਾ ਭਗਤੀ ਹੈ। ਰੱਬ ਜਿਹੜਾ ਦੁਖੀਆਂ ਦੀ ਮਦਦ ਕਰਦਾ, ਦੁਖੀਆਂ ਦੀ ਮਦਦ ਕਰਨਾ ਭਗਤੀ ਹੈ। ਰੱਬ ਜਿਹੜਾ ਹੈ ਉਹ ਸਰਬੱਤ ਦੇ ਭਲੇ ਲਈ ਗੱਲ ਕਰਦਾ, ਸਰਬੱਤ ਦੇ ਭਲੇ ਲਈ ਕੰਮ ਕਰਨਾ, ਇਹ ਭਗਤੀ ਹੈ। ਭਗਤੀ ਇਹ ਨਹੀਂ ਕਿ ਮੈਂ ਖਾਸ ਕੱਪੜੇ ਪਾ ਲਵਾਂ ਤੇ ਭੁੱਖਾ ਬੈਠਾ ਰਹਾਂ ਜੀ ਬੜੀ ਭਗਤੀ ਕਰਦਾ। ਭਗਤੀ ਵਿੱਚ ਤੇ ਤਪੱਸਿਆ 'ਚ ਫਰਕ ਹੈ। ਤਪਸਵੀ ਲੋਕ ਜਿਹੜੇ ਨੇ ਭੁੱਖੇ ਬੈਠੇ ਰਹਿੰਦੇ ਨੇ, ਧੂਣੀਆਂ ਤਾ ਕੇ ਬੈਠੇ ਰਹਿੰਦੇ ਨੇ, ਕੋਈ ਐ ਸਮਾਧੀਆਂ ਲਾ ਕੇ ਬੈਠਾ ਰਹਿੰਦਾ। ਅੱਜ ਤੱਕ ਆਪਣੇ ਮੁਲਕ 'ਚ ਬੜੇ ਤਪਸਵੀ ਹੋਏ ਨੇ, ਬੜੀਆਂ ਕਹਾਣੀਆਂ ਨੇ ਤਪਸਵੀਆਂ ਦੀਆਂ, ਪਰ ਕੋਈ ਇੱਕ ਉਦਾਹਰਣ ਦੱਸੋ ਕਿ ਕਿਸੇ ਤਪਸਵੀ ਨੇ ਮਨੁੱਖਤਾ ਦਾ ਭਲਾ ਕੀਤਾ ਹੋਵੇ, ਕਿਸੇ ਤਪਸਵੀ ਨੇ ਸਮਾਜ ਲਈ ਕੁਝ ਕੀਤਾ ਹੋਵੇ, ਕਿਸੇ ਤਪਸਵੀ ਨੇ ਇਸ ਸਮਾਜ ਨੂੰ ਉੱਚੀਆਂ ਉਠਾਉਣ ਲਈ, ਸਵਾਰਨ ਦੇ ਲਈ ਕੁਝ ਕੀਤਾ ਹੋਏ, ਦੱਸੋ। ਭਗਤਾਂ ਨੇ ਜ਼ਰੂਰ ਕੀਤਾ। ਭਗਤਾਂ ਨੇ ਸਮਾਜ ਦੀ ਖਾਤਰ ਆਪ ਦੁੱਖ ਵੀ ਉਠਾ ਲਏ। ਦੇਖੋ ਬਾਬਾ ਰਵਿਦਾਸ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੋ, ਨਾਮਦੇਵ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੋ, ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੋ। ਉਹ ਬੜੇ ਇਨਕਲਾਬੀ ਮਹਾਂਪੁਰਖ ਯੋਧੇ ਸਨ, ਇਨਕਲਾਬ ਸੀ ਉਹਨਾਂ 'ਚ। ਉਹਨਾਂ ਨੇ ਜੋ ਸਮਾਜ ਵਿੱਚ ਕੁਰੀਤੀਆਂ ਸਨ ਉਹਦੇ ਵਿਰੁੱਧ ਬੜੀ ਵੱਡੀ ਆਵਾਜ਼ ਬੁਲੰਦ ਕੀਤੀ। ਸਮਾਜ 'ਚੋਂ ਬੁਰਾਈਆਂ ਨੂੰ ਦੂਰ ਕਰਕੇ ਉਹਨਾਂ ਨੇ ਸਮਾਜ ਨੂੰ ਵਧੀਆ ਬਣਾਉਣ ਲਈ ਬਹੁਤ ਵੱਡਾ ਸੰਘਰਸ਼ ਕੀਤਾ। ਤੇ ਉਸ ਵੇਲੇ ਦੇ ਹਾਕਮ ਵੀ, ਉਸ ਵੇਲੇ ਦੇ ਜਿਹੜੇ ਵੱਡੀਆਂ ਆਪਣੇ ਆਪ ਨੂੰ ਉੱਚੀਆਂ ਜਾਤਾਂ ਵਾਲੇ ਸਮਝਦੇ ਸਨ, ਉਹ ਵੀ ਉਹਨਾਂ ਦੇ ਵਿਰੋਧੀ ਬਣ ਗਏ। ਗੁਰੂ ਨਾਨਕ ਸਾਹਿਬ ਜੀ ਦੇ ਵਿਰੋਧੀ ਬਣ ਗਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਰਿਵਾਰ ਦਾ ਇਸ ਤਰੀਕੇ ਦੇ ਨਾਲ ਕੁਰਬਾਨ ਹੋ ਜਾਣ ਦਾ ਕਾਰਨ ਕੀ ਹੈ? ਵਿਰੋਧੀ ਸਨ। ਵਿਰੋਧੀ ਕਿਉਂ ਸਨ? ਕਿ ਗੁਰੂ ਸਾਹਿਬ ਜੀ ਸਮਾਜ ਨੂੰ ਉੱਚੀਆਂ ਚੁੱਕਣਾ ਚਾਹੁੰਦੇ ਸਨ। ਸਤਿਗੁਰੂ ਜੀ ਨੂੰ ਕੋਈ ਰਾਜ ਨਹੀਂ ਸੀ ਚਾਹੀਦਾ, ਕੋਈ ਉਹਨਾਂ ਨੂੰ ਧਨ ਨਹੀਂ ਸੀ ਚਾਹੀਦਾ, ਨਾ ਧਨ ਦੀ ਕਮੀ ਸੀ ਸਤਿਗੁਰੂ ਜੀ ਨੂੰ।
ਸਤਿਗੁਰੂ ਜੀ ਨੂੰ ਇੱਕੋ ਇੱਕ ਮਨ ਦੇ ਅੰਦਰ ਦਰਦ ਸੀ ਕਿ ਆਹ ਜਿਹੜੇ ਲੋਕ ਜਿਨ੍ਹਾਂ ਨੂੰ ਕਹਿੰਦੇ ਜੀ ਇਹ ਚਿੜੀਆਂ ਵਰਗੇ ਨੇ, ਮੁਗਲਾਂ ਦੀਆਂ ਫੌਜਾਂ ਬਾਜਾਂ ਵਰਗੀਆਂ, ਇਹਨਾਂ ਦੀਆਂ ਧੌਣਾਂ ਮਰੋੜ ਦੇਣਗੀਆਂ, ਇਹ ਤੇ ਕੁਝ ਨਹੀਂ ਕਰ ਸਕਦੇ, ਇਹਨਾਂ ਨੂੰ ਦਬਾ ਕੇ ਰੱਖਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਲੋਕਾਂ ਨੂੰ ਰਾਜੇ ਬਣਾਉਣਾ ਚਾਹੁੰਦੇ ਸਨ। ਗੁਰੂ ਕਾ ਬਚਨ ਤੇ ਚੇਤੇ ਨਾ, ਜਿਨ ਕੀ ਜਾਤ ਔਰ ਕੁਲ ਮਾਹੀ ਸਰਦਾਰੀ ਨਾ ਭਈ ਕਦਾਹੀ। ਅੱਜ ਵੀ ਸਾਡੇ ਮੁਲਕ 'ਚ ਕੋਈ ਕਿਤੇ ਜਿਹਨੂੰ ਕਹਿੰਦੇ ਨਾ ਸਮਾਜਿਕ ਜਿਹੜੀ ਕਾਣੀ ਵੰਡ ਬਣਾਈ ਹੈ, ਜਿਹਨੂੰ ਸੂਦਰ ਕਹਿੰਦੇ, ਉਹ ਕਿਤੇ ਘੋੜੀ ਤੇ ਚੜ੍ਹ ਕੇ ਬਰਾਤੇ ਚੱਲ ਜੇ ਤੇ ਲੋਕੀ ਕੁੱਟਦੇ। ਅੱਜ ਤੁਸੀਂ ਖਬਰਾਂ ਦੇਖਦੇ ਹੀ ਹੋ, ਰਾਜਸਥਾਨ 'ਚ ਪਿਛਲੇ ਦਿਨ ਦੀ ਘਟਨਾ ਹੋਈ ਕਿ ਇੱਕ ਨੀਵੀਂ ਜਾਤ ਦਾ, ਜਿਹਨੂੰ ਕਹਿੰਦੇ ਨੀਵੀਂ ਜਾਤ ਦਾ ਬੰਦਾ ਬਰਾਤ 'ਚ ਘੋੜੀ ਤੇ ਚੜ੍ਹ ਕੇ ਜਾ ਰਿਹਾ ਤੇ ਉਹਨੂੰ ਦੂਜਿਆਂ ਕੁੱਟ-ਕੁੱਟ ਕੇ ਹੀ ਲਾ ਦਿੱਤਾ ਥੱਲੇ। ਤੂੰ ਘੋੜੀ ਤੇ ਨਹੀਂ ਚੜ੍ਹ ਸਕਦਾ, ਤੂੰ ਕਲਗੀ ਨਹੀਂ ਲਾ ਸਕਦਾ। ਇਹ ਸਾਡੇ ਸਮਾਜ ਦਾ ਹਾਲ ਹੈ ਕਿ ਕੋਈ ਬੰਦਾ ਜਿਹਨੂੰ ਨੀਵਾਂ ਕਿਉਂ ਘੋੜੀ ਤੇ ਨਹੀਂ ਚੜ੍ਹ ਸਕਦਾ, ਉਹ ਧਰਮ ਮੰਦਰ 'ਚ ਨਹੀਂ ਜਾ ਸਕਦਾ। ਧੱਕੇ ਮਾਰ ਕੇ ਬਾਬਾ ਨਾਮਦੇਵ ਜੀ ਨੂੰ ਬਾਹਰ ਕੱਢਦਾ, ਤੂੰ ਨਹੀਂ ਧਰਮ ਮੰਦਰ ਜਾ ਸਕਦਾ। ਦੂਰ ਕੀ ਜਾਣਾ, ਆਪਣੇ ਪਿੰਡਾਂ 'ਚ ਅਜੇ ਚੱਲ ਜਾਓ। ਔਰ ਜਾਤ ਪਾਤ ਦੇ ਨਾਂ ਤੇ ਸ਼ਮਸ਼ਾਨ ਘਾਟ ਹੀ ਵੱਖਰੇ ਬਣਾਏ ਹੋਏ ਨੇ। ਕਿੰਨੀ ਵੱਡੀ ਮੂਰਖਤਾ ਹੈ। ਅਜੇ ਅਸੀਂ ਕਹਿੰਦੇ ਗੁਰੂਆਂ ਦੀ ਧਰਤੀ ਤੇ ਅਸੀਂ ਪੰਜਾਬ 'ਚ ਰਹਿੰਦੇ ਜੀ, ਸਿੱਖ ਬੜਾ ਮਹਾਨ ਹੈ। ਸਿੱਖਾਂ ਦੇ ਪਿੰਡਾਂ 'ਚ ਹੀ ਮੜੀਆਂ ਜਿਹੜੀਆਂ ਵੱਖਰੀਆਂ ਬਣੀਆਂ ਨੇ ਜੀ, ਇਹ ਤੇ ਹਰੀਜਨਾਂ ਦਾ ਸ਼ਮਸ਼ਾਨ ਘਾਟ ਹੈ, ਇਹ ਜੱਟਾਂ ਦਾ ਸ਼ਮਸ਼ਾਨ ਘਾਟ ਹੈ, ਇਹ ਗੁਰਦੁਆਰਾ ਹਰੀਜਨਾਂ ਦਾ ਹੈ। ਲਾਨਤ ਹੈ ਸਾਡੀ ਸਿੱਖੀ ਨੂੰ। ਇਹ ਗੁਰਦੁਆਰਾ ਹਰੀਜਨਾਂ ਦਾ ਹੈ, ਇਹ ਗੁਰਦੁਆਰਾ ਰਵਿਦਾਸੀਆਂ ਦਾ ਹੈ, ਇਹ ਗੁਰਦੁਆਰਾ ਰਾਮਗੜੀਆਂ ਦਾ। ਇਹ ਸਿੱਖੀ ਹੈ ਕੋਈ? ਇਹਦੋਂ ਵੱਡਾ ਪਤਤਪੁਣਾ ਕੀ ਹੋਏਗਾ ਕਿ ਅਸੀਂ ਗੁਰਦੁਆਰੇ ਵੀ ਜਿਹੜੇ ਨੇ ਉਹ ਬਰਾਦਰੀਆਂ ਦੇ ਨਾਂ ਤੇ ਵੰਡ ਲਏ। ਉਧਰ ਨਹੀਂ ਜਾਣਾ ਜੀ, ਉਹ ਤੇ ਹਰੀਜਨਾਂ ਦਾ ਗੁਰਦੁਆਰਾ ਹੈ, ਗੁਰਦੁਆਰੇ ਦੇ ਨਾਂ ਤੇ ਅਸੀਂ ਜਾਣਾ ਸੰਗਣਾ ਸ਼ੁਰੂ ਕਰਤਾ। ਮੜੀਆਂ ਬੰਦਾ ਮਰ ਜਾਂਦਾ ਤੇ ਸਭ ਕੁਝ ਖਤਮ ਹੋ ਜਾਂਦਾ, ਲੇਕਿਨ ਮਰਨ ਤੋਂ ਬਾਅਦ ਇਹ ਮੜੀਆਂ ਹਰੀਜਨਾਂ ਦੀਆਂ ਨੇ। ਕਿਤੇ ਕੋਈ ਉਸ ਬਰਾਦਰੀ 'ਚੋਂ ਬੰਦਾ ਦੂਜਿਆਂ ਦੀ ਮੜੀ ਸੰਸਕਾਰ ਕਰਦੇ ਤੇ ਪਤਾ ਨਹੀਂ ਪਰਲੋ ਹੀ ਆ ਜਾਂਦੀ, ਤੂਫਾਨ ਆ ਜਾਂਦਾ, ਪਤਾ ਨਹੀਂ ਕੀ ਹੋ ਗਿਆ। ਇਹ ਹੈ ਡਿੱਗੀ ਹੋਈ ਸੋਚ। ਇਹਨੂੰ ਕਹਿੰਦੇ ਨੇ ਮਨੁੱਖਤਾ ਜਿਹੜੀ ਹੈ ਉਹ ਰਸਾਤਲ ਵਿੱਚ ਚਲੀ ਗਈ। ਸਤਿਗੁਰੂ ਸਾਹਿਬ ਜੀ ਕਹਿੰਦੇ ਕਿ ਪ੍ਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਚੰਗੇ ਕੰਮਾਂ ਵਾਲਿਆਂ ਦੀ ਅੱਜ ਵੀ ਲੋੜ ਹੈ। ਔਰ ਭਗਤਾਂ ਨੇ, ਭਗਤੀ ਦਾ ਅਰਥ ਹੁੰਦਾ ਹੈ ਸਮਾਜ ਦੀ ਖਾਤਰ ਕੁਝ ਕੀਤਾ, ਜਿਹਨੇ ਸਮਾਜ 'ਚੋਂ ਬੁਰਾਈਆਂ ਨੂੰ ਦੂਰ ਕਰਨ ਲਈ ਜਿਹੜਾ ਯਤਨ ਕਰਦਾ ਹੈ, ਉਹ ਪ੍ਰਮਾਤਮਾ ਉਹਨਾਂ ਲੋਕਾਂ ਨੂੰ ਪਿਆਰ ਕਰਦਾ ਹੈ ਜਿਹੜੇ ਰੱਬ ਦੇ ਦੱਸੇ ਮਾਰਗ ਤੇ ਚੱਲ ਕੇ ਮਨੁੱਖਤਾ ਨੂੰ ਪਿਆਰ ਕਰਦੇ ਨੇ। ਗੁਰਬਾਣੀ ਨੇ ਤੇ ਇੱਕ ਬੜਾ ਸੋਹਣਾ ਸਾਨੂੰ ਮਾਰਗ ਦੇ ਦਿੱਤਾ, ਜੇ ਰੱਬ ਦੀਆਂ ਨਜ਼ਰਾਂ 'ਚ ਪ੍ਰਵਾਨ ਹੋਣਾ ਫਿਰ ਵਿੱਚ ਦੁਨੀਆ ਸੇਵ ਕਮਾਈ ਹੈ, ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹਾਂ ਲੁੜਾਈ ਹੈ। ਫਿਰ ਇਸ ਧਰਤੀ ਤੇ ਰਹਿੰਦਿਆਂ ਮਨੁੱਖਤਾ ਦੀ ਸੇਵਾ ਕਰੋ, ਸਮਾਜ ਨੂੰ ਉੱਚਾ ਚੁੱਕਣ ਦਾ ਯਤਨ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪ੍ਰਮਾਤਮਾ ਭਗਤ ਵਸ਼ਲ, ਉਹ ਤਾਂ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਪਤਿਤ ਪਾਵਨ, ਜਿਹੜੇ ਅਤ ਮਾਨਸਿਕ ਤੌਰ ਤੇ ਸੋਚ ਕਰਕੇ ਨੀਵੇਂ ਹੋ ਚੁੱਕੇ ਨੇ, ਡਿੱਗ ਚੁੱਕੇ ਨੇ, ਕਮੀਨੇ ਹੋ ਚੁੱਕੇ ਨੇ, ਪਰਮਾਤਮਾ ਉਹਨਾਂ ਨੂੰ ਪਵਿੱਤਰ ਕਰਨ ਦੇ ਸਮਰੱਥ ਹੈ, ਉਹਨਾਂ ਨੂੰ ਉੱਚੀਆਂ ਕਰਨ ਦੇ ਸਮਰੱਥ ਹੈ। ਦੀਨ ਕਿਰਪਾ ਤਾਰ, ਉਹ ਦੀਨਾਂ ਦੇ ਉੱਪਰ, ਦੁਖੀਆਂ ਦੇ ਉੱਪਰ ਸਦਾ ਕਿਰਪਾ ਕਰਦਾ। ਦੇਖੋ ਪ੍ਰਮਾਤਮਾ ਦੀ ਇਹ ਵੱਡੀ ਵੱਡੀ ਵਡਿਆਈ ਹੈ। ਕੋਈ ਸਾਡੇ ਸਾਹਮਣੇ ਮਾੜਾ ਬੰਦਾ ਆ ਜਾਏ ਨਾ, ਅਸੀਂ ਕਹਿੰਦੇ ਨਾ ਜੇ ਕਿਤੇ ਮੇਰੇ ਵੱਸ ਦੀ ਗੱਲ ਤੈਨੂੰ ਅਕਲ ਦੇ ਦਿਆਂ, ਮੈਂ ਇਹਨੂੰ ਭੁੱਖਿਆਂ ਮਾਰਦਾ ਜਿਹੋ ਜਿਹੇ ਕੰਮ ਕਰਦਾ, ਇਹ ਤੇ ਰੋਟੀ ਲੈਣ ਦੇ ਖਾਣ ਦੇ ਯੋਗ ਨਹੀਂ। ਇਹੀ ਹੈ ਨਾ ਸਾਡੀ ਸੋਚ। ਲੇਕਿਨ ਪ੍ਰਮਾਤਮਾ ਇਦਾਂ ਦਾ ਨਹੀਂ ਹੈ। ਉਹ ਸਾਡੇ ਔਗਣ ਦੇਖ ਕੇ ਨਾ ਇਹ ਨਹੀਂ ਕਹਿੰਦਾ ਕਿ ਇਹਨੂੰ ਰੋਟੀ ਨਹੀਂ ਦੇਣੀ ਹੈ, ਮੈਨੂੰ ਚੇਤੇ ਨਹੀਂ ਕਰਦਾ, ਇਹ ਨਹੀਂ ਕਹਿੰਦਾ ਇਹਨੇ ਮਾੜੇ ਕੰਮ ਕੀਤੇ ਇਹਨੂੰ ਰੋਟੀ ਨਹੀਂ ਦੇਣੀ। ਉਹ ਦਿਆਲੂ ਹੈ। ਉਹ ਦੀਨਾਂ ਦੇ ਉੱਪਰ, ਦੁਖੀਆਂ ਦੇ ਉੱਪਰ, ਡਿੱਗਿਆਂ ਹੋਇਆਂ ਦੇ ਉੱਪਰ ਵੀ ਤਰਸ ਕਰਦਾ ਹੈ, ਰਹਿਮਤ ਕਰਦਾ ਹੈ। ਉਹ ਕਦੀ ਗੁੱਸੇ 'ਚ ਆਉਂਦਾ ਹੀ ਨਹੀਂ, ਉਹ ਕਦੀ ਬਦਲੇ ਦੀ ਭਾਵਨਾ, ਖਿਜ ਦੀ ਭਾਵਨਾ ਰੱਖਦਾ ਹੀ ਨਹੀਂ ਹੈ। ਇਸ ਕਰਕੇ ਦੀਨ ਪਰਮਾਤਮਾ ਦਾ ਸੁਭਾਅ ਕੀ ਹੈ ਕਿ ਉਹ ਬੁਰਿਆਂ ਦਾ ਵੀ ਭਲਾ ਕਰਦਾ ਹੈ, ਔਗਣਾਂ ਵਾਲਿਆਂ ਨੂੰ ਵੀ ਗੁਣਾਂ ਦੀ ਦਾਤ ਬਖਸ਼ਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਪਤਿਤ ਪਾਵਨ, ਤੇ ਅਸੀਂ ਕੀ ਕਹਿੰਦੇ ਆ? ਕਿਸੇ ਨੇ ਕਦੇ ਗਲਤੀ ਕਰਦੀ ਦੇਖ ਲਿਆ ਤੁਸੀਂ? ਪਿੰਡਾਂ 'ਚ ਅੱਜ ਕੱਲ੍ਹ ਕਮੇਟੀਆਂ ਬਣੀਆਂ ਜੀ, ਇਹ ਸਤਕਾਰ ਕਮੇਟੀਆਂ, ਕੁੱਟ-ਕੁੱਟ ਕੇ ਹੀ ਮਾਰ ਦਿੰਦੇ ਨੇ। ਇਹ ਬਾਣੀ ਗਲਤ ਪੜਦਾ ਹੈ ਜੀ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਫਲਾਣੇ ਥੇ ਤੇ ਲੈ ਗਿਆ, ਉਹਨੂੰ ਸਮਝਾਓ ਵੀ ਅੱਗੇ ਤੋਂ ਨਹੀਂ ਜਾਣਾ। ਚੰਗੀ ਗੱਲ ਹੈ, ਪਰ ਕੁੱਟਣਾ ਤੇ ਕਿਸੇ ਮਸਲੇ ਦਾ ਹੱਲ ਨਹੀਂ ਨਾ। ਧਰਮ ਦੇ ਨਾਂ ਤੇ ਕੁੱਟ-ਕੁੱਟ ਕੇ ਪੱਗਾਂ ਲਾਹ ਦੇਣੀਆਂ, ਕੁੱਟੀ ਜਾਣਾ, ਅਸੀਂ ਜੀ ਬੜਾ ਧਰਮ ਪ੍ਰਚਾਰ ਕਰਦੇ ਹਾਂ, ਇਹ ਸਿੱਖੀ ਦਾ ਮਾਰਗ ਨਹੀਂ, ਹੋਰ ਕੋਈ ਹੋ ਸਕਦਾ। ਇਹ ਪਰਮਾਤਮਾ ਦਾ ਮਾਰਗ ਨਹੀਂ, ਹੋਰ ਕੋਈ ਹੋ ਸਕਦਾ। ਪਰਮਾਤਮਾ ਤੇ ਕਿਸੇ ਦੀ ਲੱਤ ਨਹੀਂ ਤੋੜਦਾ। ਦੀਨ ਦਿਆਲ ਦਇਆ ਨਿਧ ਦੋਖਨ ਦੇਖਤ ਹੈ, ਪਰ ਦੇਤ ਨ ਹਾਰੇ। ਉਹ ਤੇ ਸਾਡੇ ਔਗਣ ਦੇਖਦਾ ਹੈ, ਲੇਕਿਨ ਉਹ ਫਿਰ ਵੀ ਸਾਨੂੰ ਰਿਜ਼ਕ ਦੇ ਹੀ ਚਲਿਆ ਜਾਂਦਾ ਹੈ। ਇਹੀ ਤੇ ਵਡਿਆਈ ਹੈ ਪ੍ਰਮਾਤਮਾ ਦੀ, ਤੇ ਪ੍ਰਮਾਤਮਾ ਦੇ ਪਿਆਰਿਆਂ ਦੀ ਵੀ ਇਹੀ ਵਡਿਆਈ ਹੈ। ਗੁਰੂ ਬਾਬਾ ਜੀ ਕਹਿੰਦੇ ਨੇ ਪਤਿਤ ਪਾਵਨ ਭਗਤ ਵਸ਼ਲ ਦੀਨ ਕਿਰਪਾ ਧਾਰ। ਉਹ ਦੀਨਾਂ ਦੇ ਉੱਪਰ ਵੀ ਕਿਰਪਾ ਹੀ ਕਰਦਾ ਹੈ, ਦਇਆ ਦ੍ਰਿਸ਼ਟੀ ਹੀ ਕਰਦਾ ਹੈ। ਕਰ ਜੋੜ ਨਾਨਕ ਦਾਨ ਮੰਗੈ, ਸਾਧ ਸੰਗ ਉਧਾਰ। ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ ਜੀ, ਨਾਨਕ ਤੁਹਾਡੇ ਦਰ ਤੋਂ ਹੱਥ ਜੋੜ ਕੇ ਇੱਕ ਦਾਨ ਮੰਗਦਾ। ਉਹ ਦਾਨ ਇਹ ਮੰਗਦਾ ਹੈ
कि साध संगत ना ही मेरा भी उधार कर दियो। वो उधार की है? सतगुरु जी ने कहा सी कि मन रे नाम को सुख सार मना, परमात्मा का नाम ही सब तो श्रेष्ठ सुख है, इहदे राही सानू सुख मिलना है। ਉਹਦੇ ਤੋਂ ਬਿਨਾਂ ਹੋਰ ਜਿੰਨੇ ਕੰਮ ਅਸੀਂ ਕਰਦੇ ਹਾਂ ਇਹ ਬੇਕਾਰ ਨੇ, ਇਹ ਸਵਾਦੀ ਨਿਆਈ ਨੇ। ਜੋ ਹੋਰ ਕੰਮਾਂ 'ਚ ਤੂੰ ਪਏਗਾ ਤੂੰ ਮਾਇਆ ਦੇ ਅੰਨੇ ਖੂਹ 'ਚ ਡਿੱਗ ਜਾਏਗਾ, ਇਹੋ ਜਿਹਾ ਡਿੱਗੇਗਾ ਕਿ ਨਰਕ ਘੋਰ ਗੁਬਾਰ ਦਾ ਤੂੰ ਵਾਸੀ ਬਣ ਜਾਏਗਾ। ਫਿਰ ਤੂੰ ਭਟਕਦਾ ਰਹੇਗਾ, ਜੂਨਾ ਜਨਮਾਂ ਦੇ ਵਿੱਚ ਨਿਕਲ ਨਹੀਂ ਸਕੇਗਾ। ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਦੇ 'ਚੋਂ ਨਿਕਲਣ ਦਾ ਇੱਕੋ ਇੱਕ ਰਸਤਾ ਹੈ ਕਿ ਉਹ ਪਰਮਾਤਮਾ ਜਿਹੜਾ ਹੈ ਨਾ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ, ਉਹ ਭਗਤ ਵੈਸ਼ਲ ਹੈ, ਉਹ ਪਤਿਤ ਪਾਵਨ ਹੈ। ਆਪਾਂ ਉਹਦੇ ਦਰ ਤੇ ਅਰਦਾਸ ਕਰੀਏ ਕਿ ਸਾਧ ਸੰਗ ਉਧਾਰ, ਸਾਨੂੰ ਸਾਧ ਸੰਗਤ ਦੇ ਰਾਹੀਂ ਇਹਨਾਂ ਬੁਰਾਈਆਂ ਤੋਂ ਬਚਾ ਲਓ, ਸਾਡੀ ਸੋਚ ਨੂੰ ਉੱਚੀਆਂ ਕਰ ਦਿਓ। ਜਦੋਂ ਵੀ ਸਾਡਾ ਉਧਾਰ ਹੋਣਾ ਤੇ ਪਰਮਾਤਮਾ ਦੇ ਪਿਆਰ 'ਚ ਜੁੜ ਕੇ ਹੈ, ਪਰ ਉਸ ਪਰਮਾਤਮਾ ਦੇ ਪਿਆਰ ਜੁੜਨ ਦਾ ਤਰੀਕਾ ਹੈ ਸਤ ਸੰਗਤ, ਜਿੱਥੇ ਸੱਚ ਦੀ ਵਿਚਾਰ ਹੋਵੇ। ਸੰਗਤ ਦਾ ਅਰਥ ਮਨੁੱਖਾਂ ਦਾ ਇਕੱਠ ਨਹੀਂ ਹੈ, ਜਿੱਥੇ ਸੱਚ ਦੀ ਵਿਚਾਰਧਾਰਾ ਵਾਲੇ ਲੋਕ ਹੋਣ, ਜਿੱਥੇ ਸੱਚ ਦੀ ਚਰਚਾ ਹੋਵੇ। ਸਤਿਗੁਰੂ ਜੀ ਨੇ ਉਸ ਨੂੰ ਸਤ ਸੰਗਤ ਕਿਹਾ। ਸਾਹਿਬ ਕਹਿੰਦੇ ਸਾਧ ਸੰਗ ਉਧਾਰ, ਹੇ ਵਾਹਿਗੁਰੂ ਸਾਧ ਸੰਗਤ ਰਾਹੀਂ ਮੇਰਾ ਵੀ ਉਧਾਰ ਕਰ ਲਓ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਸਾਨੂੰ ਇਹ ਉਪਦੇਸ਼ ਦਿੰਦੇ ਆ ਕਿ ਸਰਬ ਸੁੱਖ ਪਰਮਾਤਮਾ ਦੇ ਨਾਮ ਵਿੱਚ ਹੈ, ਉਹਦੇ ਪਿਆਰ ਜੁੜਾਂਗੇ ਸਾਡਾ ਜੀਵਨ ਸਫਲ ਹੋ ਜਾਏਗਾ। ਜਦੋਂ ਅਸੀਂ ਉਸ ਤੋਂ ਬਿਨਾਂ ਹੋਰ ਕਿਸੇ ਤਰੀਕੇ ਰਾਹੀਂ ਸੁੱਖ ਪ੍ਰਾਪਤ ਕਰਨ ਦਾ ਯਤਨ ਕਰਾਂਗੇ, ਅਸੀਂ ਮਾਇਆ ਮਮਤਾ ਵਿੱਚ ਫਸਦੇ ਚਲੇ ਜਾਵਾਂਗੇ। ਜਿਵੇਂ ਕੋਈ ਖੂਹ ਡਿੱਗ ਜਾਂਦਾ ਹੈ, ਸਾਡੀ ਇਹ ਹਾਲਤ ਹੋਏਗੀ, ਅਸੀਂ ਭਰਮ ਦੇ ਭਟਕਦੇ ਰਵਾਂਗੇ। ਇਸ ਕਰਕੇ ਇੱਕੋ ਇੱਕ ਤਰੀਕਾ ਹੈ ਕਿ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੀਏ। ਉਹ ਵਾਹਿਗੁਰੂ ਬੜਾ ਦਿਆਲੂ ਹੈ, ਕਿਰਪਾਲੂ ਹੈ। ਉਹ ਯਕੀਨਨ ਹਰ ਮਨੁੱਖ ਦੇ ਉੱਪਰ, ਖਾਸ ਕਰਕੇ ਜਿਹੜੇ ਡਿੱਗੇ ਨੇ ਉਹਨਾਂ ਨੂੰ ਉੱਚੇ ਉਠਾਉਣ ਦੇ ਸਮਰੱਥ ਹੈ। ਵਾਹਿਗੁਰੂ ਜੀ ਮਿਹਰ ਕਰਨ, ਇਹ ਬਚਨ ਸਾਡੇ ਹਿਰਦੇ 'ਚ ਵਸਣ ਜੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣੀ। ਗਰੀਬ ਨਿਵਾਜ ਸਤਿਗੁਰੂ ਜੀ ਸਮੂਹ ਸੰਗਤਾਂ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਿਰਤਾਰਥ ਕਰਨ। ਪਿਆਰ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।